वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 43। ਮੂਲ ਹਿੰਦੂ ਧਾਰਨਾਵਾਂ। 19ਵੀਂ ਸਦੀ ਦੇ ਹਿੰਦੂ ਪੂਰਨਵਾਦੀਆਂ ਦਾ ਇਹ ਨਿਸ਼ਚਿਤ ਵਿਚਾਰ ਬਣ ਗਿਆ ਸੀ ਕਿ ਸਦੀਆਂ ਤੱਕ ਮੁਸਲਮਾਨਾਂ ਦੇ ਗੁਲਾਮ ਰਹਿਣ ਕਰਕੇ ਹਿੰਦੂਆਂ ਅੰਦਰ ਕਾਇਰਤਾ ਅਤੇ ਹੀਨਤਾ ਦਾ ਭਾਵ ਪੈਦਾ ਹੋ ਗਿਆ ਹੈ ਅਤੇ ਹਿੰਦੂ ਧਰਮ ਨੂੰ ਸੁਰਜੀਤ ਕਰਨ ਲਈ ਹਿੰਦੂਆਂ ਦੇ ਦਿਲਾਂ ਵਿੱਚੋਂ ਇਹ ਭਾਵ ਦੂਰ ਕਰਨਾ ਪਹਿਲੀ ਲੋੜ ਬਣ ਗਈ ਸੀ। ਇਸ ਲੋੜ ਵਿੱਚੋਂ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਨੇ ਭਗਵਤ ਗੀਤਾ ਦੇ ਕਰਮਯੋਗ ਦੇ ਸਿਧਾਂਤ ਦੀ ਮੁੜ ਵਿਆਖਿਆ ਕਰਦਿਆਂ ਇਸ ਨੂੰ ਤਤਕਾਲੀ ਰਾਜਸੀ ਹਾਲਾਤਾਂ ਅਤੇ ਲੋੜਾਂ ਦੇ ਅਨੁਕੂਲ ਢਾਲਿਆ। ਬੰਕਿਮ ਚੰਦਰ ਚੱਟੋਪਾਧਿਆ 19ਵੀਂ ਸਦੀ ਅੰਦਰ ਆਧੁਨਿਕ ਯੁੱਗ ਦਾ ਸਭ ਤੋਂ ਪਹਿਲਾ ਚਿੰਤਕ ਸੀ ਜਿਸ ਨੇ ਗੀਤਾ ਦੀ ਪੁਨਰ ਵਿਆਖਿਆ ਕੀਤੀ ਅਤੇ ਇਸ ਕੋਲੋਂ ਸਿੱਧੀ ਰਾਜਸੀ ਪ੍ਰੇਰਨਾ ਹਾਸਲ ਕੀਤੀ। ਇਸ ਤੋਂ ਬਾਅਦ ਕਰਮਵਾਰ ਅਰਬਿੰਦੋ ਘੋਸ਼, ਬਾਲ ਗੰਗਾਧਰ ਤਿਲਕ ਅਤੇ ਮਹਾਤਮਾ ਗਾਂਧੀ ਨੇ ਇਸ ਰੀਤ ਨੂੰ ਅੱਗੇ ਤੋਰਿਆ। ਬੰਕਿਮ ਚੰਦਰ ਅਤੇ ਉਸ ਦੇ ਪੈਰੋਕਾਰਾਂ ਨੇ ਗੀਤਾ ਦੇ ਕਰਮਯੋਗ ਦੇ ਸਿਧਾਂਤ ਦੀ ਮੁੜ ਵਿਆਖਿਆ ਕਰਦਿਆਂ ਹਿੰਸਾ ਨੂੰ ਉਚਿਤ ਠਹਿਰਾਉਣ ਅਤੇ ਹਿੰਦੂਆਂ ਅੰਦਰ ਸੈਨਿਕਵਾਦ ਦਾ ਜਜ਼ਬਾ ਪੈਦਾ ਕਰਨ ਦਾ ਕਾਰਜ ਛੋਹਿਆ। ਇਸ ਮੰਤਵ ਲਈ ਗਲਪ ਦੇ ਮਾਧਿਅਮ ਦੀ ਕਾਰਗਰ ਵਰਤੋਂ ਕੀਤੀ ਗਈ। ਬੰਕਿਮ ਚੰਦਰ ਚੱਟੋਪਾਧਿਆ ਨੇ 1882 ਈਸਵੀ ਵਿੱਚ ਆਪਣਾ ਪ੍ਰਸਿੱਧ ਨਾਵਲ ਆਨੰਦ ਮਠ ਲਿਖਿਆ। ਇਹ ਨਾਵਲ 18ਵੀਂ ਸਦੀ ਵਿੱਚ ਹਿੰਦੂ ਸੰਨਿਆਸੀਆਂ ਵੱਲੋਂ ਮੁਸਲਮਾਨਾਂ ਦੀ ਸੱਤਾ ਨਵਾਬ ਵਿਰੁੱਧ ਲੜੇ ਗਏ ਕਾਲਪਨਿਕ ਸੰਘਰਸ਼ ਦੀ ਗਾਥਾ ਬਿਆਨ ਕਰਦਾ ਹੈ। ਨਾਵਲ ਵਿੱਚ ਹਿੰਦੂ ਸੰਨਿਆਸੀਆਂ ਦੀ ਮੁਸਲਮਾਨਾਂ ਉੱਤੇ ਕਾਲਪਨਿਕ ਜਿੱਤ ਦਿਖਾਈ ਗਈ ਹੈ। ਮੁਸਲਮਾਨਾਂ ਉੱਤੇ ਹਿੰਦੂਆਂ ਦੀ ਇਹ ਕਾਲਪਨਿਕ ਜਿੱਤ ਹਿੰਦੂ ਮਾਨਸਿਕਤਾ ਨੂੰ ਉਸ ਕੁੰਠਾ ਤੋਂ ਮੁਕਤ ਕਰਦੀ ਸੀ ਜਿਸ ਦੀ ਉਹ ਸਦੀਆਂ ਤੋਂ ਸ਼ਿਕਾਰ ਹੁੰਦੀ ਆ ਰਹੀ ਸੀ। ਨਾਵਲ ਵਿੱਚ ਅੰਗਰੇਜ਼ਾਂ ਦੇ ਰਾਜ ਨੂੰ ਹਿੰਦੂਆਂ ਦੀ ਭਲਾਈ ਦਾ ਜਾਮਣ ਦਿਖਾਇਆ ਗਿਆ ਹੈ ਅਤੇ ਹਿੰਦੂਆਂ ਨੂੰ ਅੰਗਰੇਜ਼ੀ ਰਾਜ ਦੀ ਮਦਦ ਕਰਨ ਦੀ ਸੇਧ ਸੁਝਾਈ ਗਈ ਹੈ। ਨਾਵਲ ਦੇ ਹੇਠਾਂ ਦਿੱਤੇ ਇੱਕ ਵਾਰਤਾਲਾਪ 'ਚੋਂ ਨਾਵਲ ਦਾ ਕੇਂਦਰੀ ਭਾਵ ਪ੍ਰਗਟ ਹੋ ਜਾਂਦਾ ਹੈ। ਹਿੰਦੂ ਸੰਨਿਆਸੀਆਂ ਦਾ ਆਗੂ ਸਤਿਆਨੰਦ ਮੁਸਲਮਾਨਾਂ ਉੱਤੇ ਜਿੱਤ ਹਾਸਿਲ ਕਰ ਲੈਣ ਤੋਂ ਬਾਅਦ ਜਦੋਂ ਆਪਣੇ ਧਾਰਮਿਕ ਗੁਰੂ ਵੈਦਰਾਜ ਜੀ ਕੋਲ ਇਹ ਸਵਾਲ ਅਤੇ ਸ਼ੰਕਾ ਪ੍ਰਗਟ ਕਰਦਾ ਹੈ ਕਿ ਮੁਸਲਮਾਨਾਂ ਦਾ ਰਾਜ ਤਾਂ ਖਤਮ ਹੋ ਗਿਆ ਹੈ ਪਰ ਹਿੰਦੂਆਂ ਦਾ ਰਾਜ ਤਾਂ ਸਥਾਪਿਤ ਨਹੀਂ ਹੋਇਆ। ਹੁਣ ਰਾਜਾ ਕੌਣ ਬਣੇਗਾ? ਕੀ ਦੁਬਾਰਾ ਮੁਸਲਮਾਨ ਹੀ ਹਕੂਮਤ ਬਣਾਉਣਗੇ? ਤਾਂ ਵੈਦਰਾਜ ਜੀ ਦਾ ਸਪਸ਼ਟ ਅਤੇ ਦ੍ਰਿੜ ਉੱਤਰ ਸੀ ਕਿ ਨਹੀਂ, ਹੁਣ ਅੰਗਰੇਜ਼ ਰਾਜ ਕਰਨਗੇ। ਵੈਦਰਾਜ ਜੀ ਸਤਿਆਨੰਦ ਦੇ ਮਨ ਦੀ ਉਲਝਣ ਅਤੇ ਵੇਦਨਾ ਦੂਰ ਕਰਨ ਲਈ ਕਹਿੰਦਾ ਹੈ, ਸਤਿਆਨੰਦ ਦੁਖੀ ਨਾ ਹੋ, ਅੰਗਰੇਜ਼ਾਂ ਦੇ ਰਾਜ ਬਗੈਰ ਸਨਾਤਨ ਧਰਮ ਦੇ ਪੁਨਰ ਜੀਵਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੈਂ ਮਹਾਂਪੁਰਖਾਂ ਦਾ ਗਿਆਨ ਤੈਨੂੰ ਸਮਝਾਈ ਜਾਂਦਾ ਹਾਂ। ਅੰਗਰੇਜ਼ ਪਦਾਰਥਵਾਦੀ ਗਿਆਨ ਦੇ ਪੰਡਿਤ ਹਨ ਅਤੇ ਲੋਕ ਸਿੱਖਿਆ ਦੇ ਵੀ ਮਾਹਿਰ ਹਨ। ਇਸ ਲਈ ਪਦਾਰਥਵਾਦੀ ਗਿਆਨ ਦੂਜੇ ਦੇਸ਼ ਤੋਂ ਲੈਣਾ ਪਵੇਗਾ। ਇਸ ਲਈ ਅੰਗਰੇਜ਼ਾਂ ਨੂੰ ਸੱਤਾ ਸੌਂਪਣੀ ਜ਼ਰੂਰੀ ਹੈ। ਅੰਗਰੇਜ਼ੀ ਸਿੱਖਿਆ ਨਾਲ ਹੀ ਦੇਸ਼ ਦੇ ਲੋਕ ਆਪਣੀ ਅੰਤਰਾਤਮਾ ਨੂੰ ਖੰਗਾਲਣ ਦੇ ਸਮਰੱਥ ਹੋ ਸਕਣਗੇ। ਫਿਰ ਸਨਾਤਨ ਧਰਮ ਦੇ ਪ੍ਰਚਾਰ ਵਿੱਚ ਕੋਈ ਵਿਘਨ ਨਹੀਂ ਪਵੇਗਾ। ਅਸਲੀ ਧਰਮ ਆਪਣੇ ਆਪ ਪ੍ਰਕਾਸ਼ਮਾਨ ਹੋ ਉੱਠੇਗਾ। ਜਿੰਨਾ ਚਿਰ ਅਜਿਹਾ ਨਹੀਂ ਹੁੰਦਾ, ਜਿੰਨਾ ਚਿਰ ਹਿੰਦੂ ਮੁੜ ਤੋਂ ਗੁਣੀ, ਗਿਆਨੀ ਅਤੇ ਤਾਕਤਵਰ ਨਹੀਂ ਹੋ ਜਾਂਦੇ, ਉਨਾ ਚਿਰ ਅੰਗਰੇਜ਼ਾਂ ਦਾ ਰਾਜ ਕਾਇਮ ਰਹੇਗਾ। ਅੰਗਰੇਜ਼ੀ ਰਾਜ ਵਿੱਚ ਪ੍ਰਜਾ ਸੁਖੀ ਹੋਵੇਗੀ ਅਤੇ ਸੁਖ ਸ਼ਾਂਤੀ ਨਾਲ ਆਪਣੇ ਧਰਮ ਦਾ ਪਾਲਣ ਕਰੇਗੀ। ਹੇ ਬੁੱਧੀਮਾਨ, ਅੰਗਰੇਜ਼ਾਂ ਨਾਲ ਯੁੱਧ ਕਰਨ ਦੀ ਥਾਂ ਮੇਰੇ ਪਿੱਛੇ ਪਿੱਛੇ ਚੱਲਿਆ ਆ। ਤੁਹਾਡਾ ਵਰਤ ਸਫਲ ਹੋਇਆ ਹੈ। ਮਾਤਾ ਦੀ ਜੈਕਾਰ ਨਾਲ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ ਹੈ। ਹੁਣ ਯੁੱਧ ਦਾ ਵਿਚਾਰ ਤਿਆਗ
ਲੋਕ ਖੇਤੀਬਾੜੀ ਵਿੱਚ ਲੱਗਣ, ਧਰਤੀ ਖੁਸ਼ਹਾਲ ਹੋਵੇ ਅਤੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਵਧੇ। ਵੈਦ ਰਾਜੀ ਜੀ ਦਾ ਉਪਦੇਸ਼ ਮੰਨ ਕੇ ਸੰਨਿਆਸੀਆਂ ਦਾ ਆਗੂ ਸਤਿਆਨੰਦ ਸਭ ਕੁਝ ਤਿਆਗ ਕੇ ਹਿਮਾਲਿਆ ਪਰਬਤ ਲਈ ਚੱਲ ਪੈਂਦਾ ਹੈ ਤਾਂ ਕਿ ਅੰਗਰੇਜ਼ਾਂ ਦਾ ਰਾਜ ਨਿਰਵਿਘਨ ਸਥਾਪਿਤ ਹੋ ਜਾਵੇ ਅਤੇ ਹਿੰਦੂ ਧਰਮ ਦੀ ਜੈ ਜੈਕਾਰ ਚੌਂ ਕੁੰਟਾਂ ਤੱਕ ਫੈਲ ਜਾਵੇ। ਇਸ ਤਰੀਕੇ ਨਾਲ ਆਨੰਦ ਮੱਠ ਨਾਵਲ ਦਾ ਕਾਲਪਨਿਕ ਬਿਰਤਾਂਤ ਹਿੰਦੂ ਵਰਗ ਅੰਦਰੋਂ ਹੀਨ ਭਾਵਨਾ ਦਾ ਭਾਵ ਦੂਰ ਕਰਨ ਦਾ ਵਾਹਕ ਬਣਿਆ। ਬੰਕਿਮ ਚੰਦਰ ਚੱਟੋਪਾਧਿਆਏ ਵੱਲੋਂ 1870 ਈਸਵੀ ਵਿੱਚ ਲਿਖਿਆ ਗਿਆ ਵੰਦੇ ਮਾਤਰਮ ਨਾਂ ਦਾ ਗੀਤ ਨਾਵਲ ਵਿੱਚ ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ ਸੀ। ਨਾਵਲ ਵਿੱਚ ਹਿੰਦੂਆਂ ਨੂੰ ਵੰਦੇ ਮਾਤਰਮ ਦੇ ਨਾਅਰੇ ਗੰਜਾਉਂਦਿਆਂ ਮੁਸਲਮਾਨਾਂ ਉੱਤੇ ਹਮਲਾ ਕਰਦੇ ਅਤੇ ਉਹਨਾਂ ਦੇ ਘਰ-ਬਾਰ ਸਾੜਦੇ ਦਰਸਾਇਆ ਗਿਆ ਹੈ। ਮੁਸਲਮਾਨ ਵਿਰੋਧੀ ਤੱਤ ਨਾਲ ਛਲਕਦੇ ਇਸ ਨਾਵਲ ਨੂੰ ਬੰਗਾਲੀ ਭੱਦਰਲੋਕ ਨੇ ਅਮਲੀ ਰੂਪ ਵਿੱਚ ਬਸਤੀਵਾਦ ਵਿਰੋਧੀ ਸੰਘਰਸ਼ ਅੰਦਰ ਸਿਆਸੀ ਦਸਤਾਵੇਜ਼ ਦੇ ਰੂਪ ਵਿੱਚ ਅਪਣਾ ਲਿਆ। ਵੰਦੇ ਮਾਤਰਮ ਨੂੰ ਰਾਸ਼ਟਰਵਾਦੀ ਨਾਅਰੇ ਦਾ ਸਨਮਾਨਯੋਗ ਰੁਤਬਾ ਪ੍ਰਦਾਨ ਕਰ ਦਿੱਤਾ ਗਿਆ। ਇਸ ਨੂੰ ਨਾ ਕੇਵਲ ਹਿੰਦੂਆਂ ਅੰਦਰ ਸਗੋਂ ਚੁਸਤੀ ਅਤੇ ਮੱਕਾਰੀ ਨਾਲ ਗੈਰ ਹਿੰਦੂ ਵਰਗਾਂ ਅੰਦਰ ਵੀ ਮਕਬੂਲ ਕਰ ਦਿੱਤਾ ਗਿਆ। ਬੰਕਿਮ ਚੰਦਰ ਚੱਟੋਪਾਧਿਆਏ ਨੇ ਦੇਸ਼ ਭਗਤੀ ਨੂੰ ਨਾ ਸਿਰਫ ਧਰਮ ਦੇ ਬਰਾਬਰ ਖੜਾ ਕਰ ਦਿੱਤਾ ਸਗੋਂ ਇਸ ਤੋਂ ਵੀ ਅੱਗੇ ਵਧ ਕੇ ਉਸ ਨੇ ਇਸ ਨੂੰ ਸਭ ਤੋਂ ਉਚੇਚੇ ਧਰਮ ਦਾ ਪਵਿੱਤਰ ਦਰਜਾ ਬਖਸ਼ ਦਿੱਤਾ। ਇਹ ਸੂਤਰੀਕਰਨ ਸਿੱਧੇ ਅਤੇ ਪ੍ਰਤੱਖ ਰੂਪ ਵਿੱਚ ਹਿੰਦੂ ਵਰਗ ਦਾ ਪੱਖ ਪੂਰਦਾ ਹੈ ਕਿਉਂਕਿ ਜਿਵੇਂ ਪਿੱਛੇ ਦਰਸਾਇਆ ਗਿਆ ਹੈ ਭਾਰਤ ਅੰਦਰ ਰਾਸ਼ਟਰਵਾਦ ਦਾ ਸੰਕਲਪੀਕਰਨ ਜਿਸ ਤਰੀਕੇ ਨਾਲ ਕੀਤਾ ਗਿਆ ਹੈ ਉਸ ਅਨੁਸਾਰ ਦੇਸ਼ ਭਗਤੀ ਅਤੇ ਹਿੰਦੂ ਰਾਸ਼ਟਰਵਾਦ ਵਿਚਕਾਰ ਨਿਖੇੜਾ ਕਰਨਾ ਮੁਸ਼ਕਿਲ ਹੈ। ਦੋਵੇਂ ਇੱਕ ਦੂਜੇ ਵਿੱਚ ਗੁੰਦੇ ਹੋਏ ਹਨ। ਹਿੰਦੂ ਅਤੇ ਭਾਰਤੀ ਪਦ ਅਮਲੀ ਰੂਪ ਵਿੱਚ ਸਮਅਰਥੀ ਹੋਣ ਕਰਕੇ ਹਿੰਦੂ ਪਛਾਣ ਅਤੇ ਭਾਰਤੀ ਪਛਾਣ ਵਿਚਕਾਰ ਕੋਈ ਟਕਰਾਅ ਪੈਦਾ ਨਹੀਂ ਹੁੰਦਾ। ਇਸ ਦੇ ਉਲਟ ਸਰਬ ਸਾਂਝੀ ਭਾਰਤੀ ਪਛਾਣ ਵਿਕਸਿਤ ਕਰਨ ਦਾ ਅਮਲੀ ਨਤੀਜਾ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੀਆਂ ਆਪੋ ਆਪਣੀਆਂ ਨਿਵੇਕਲੀਆਂ ਪਛਾਣਾਂ ਨੂੰ ਖਤਮ ਕਰਨ ਜਾਂ ਇਹਨਾਂ ਨੂੰ ਸਰਬ ਸਾਂਝੀ ਭਾਰਤੀ ਪਛਾਣ ਦੇ ਮਾਤਹਿਤ ਬਣਾਉਂਦਾ ਹੈ। ਜਦੋਂ ਦੇਸ਼ ਭਗਤੀ ਨੂੰ ਸਭ ਨਾਲੋਂ ਉਚੇਚੇ ਧਰਮ ਦਾ ਰੁਤਬਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਵੈ ਸਿੱਧ ਹੀ ਘੱਟ ਗਿਣਤੀ ਧਰਮਾਂ ਦਾ ਦਰਜਾ ਨੀਵਾਂ ਹੋ ਜਾਂਦਾ ਹੈ। ਉਹਨਾਂ ਕੋਲੋਂ ਆਪਣੇ ਧਾਰਮਿਕ ਸਰੋਕਾਰਾਂ ਨੂੰ ਦੇਸ਼ ਭਗਤੀ ਦੇ ਉਚੇਚੇ ਧਰਮ ਲਈ ਕੁਰਬਾਨ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇਸ ਤਰ੍ਹਾਂ ਘੱਟ ਗਿਣਤੀ ਧਰਮ ਨਿਰੰਤਰ ਦਬਾਅ ਹੇਠ ਅਤੇ ਬਹੁ ਗਿਣਤੀ ਦੇ ਮੁਕਾਬਲੇ ਗੈਰ ਲਾਹੇਵੰਦੀ ਹਾਲਤ ਵਿੱਚ ਆ ਜਾਂਦੇ ਹਨ। ਇਸ ਕਰਕੇ ਹੀ ਟਾਈਮਜ਼ ਆਫ ਇੰਡੀਆ ਅਖਬਾਰ ਦੇ ਕੱਟੜ ਹਿੰਦੂਤਵੀ ਸੰਪਾਦਕ ਮਰਹੂਮ ਗਿਰੀ ਲਾਲ ਜੈਨ ਨੇ ਆਪਣੇ ਪ੍ਰਸਿੱਧ ਸਿਧਾਂਤਕ ਕਿਤਾਬਚੇ ਅੰਦਰ ਬੰਕਿਮ ਚੰਦਰ ਚੱਟੋਪਾਧਿਆਏ ਦੇ ਇਸ ਸੂਤਰੀਕਰਨ ਨੂੰ ਉਸ ਦੀਆਂ ਲਿਖਤਾਂ ਦਾ ਮੀਰੀ ਖਿਆਲ ਕਹਿ ਕੇ ਨਿਵਾਜਿਆ ਹੈ। ਇਸ ਦੇ ਨਾਲ ਹੀ ਬੰਕਿਮ ਚੰਦਰ ਨੇ ਦੇਸ਼ ਦੀ ਉਪਮਾ ਦੇਵੀ ਮਾਂ ਨਾਲ ਕੀਤੀ ਹੈ। ਇਸ ਨਾਲ ਸੁਭਾਵਿਕ ਅਤੇ ਅਟੱਲ ਰੂਪ ਵਿੱਚ ਦੇਸ਼ ਭਗਤੀ ਦੇ ਸੰਕਲਪ ਦਾ ਹਿੰਦੂਕਰਨ ਹੋ ਗਿਆ। ਇਸ ਤਰੀਕੇ ਨਾਲ ਦੇਸ਼ ਭਗਤੀ ਦੇ ਨਾਂ ਉੱਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਵਿਸ਼ੇਸ਼ ਕਰਕੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਉਹਨਾਂ ਦੇ ਮੂਲ ਧਾਰਮਿਕ ਅਕੀਦਿਆਂ ਨਾਲ ਟਕਰਾਉਂਦੀਆਂ ਹਿੰਦੂ ਮਨੌਤਾਂ ਪ੍ਰਵਾਨ ਕਰਨ ਲਈ ਪ੍ਰੇਰਿਤ ਅਤੇ ਮਜਬੂਰ ਕਰਨ ਅਰਥਾਤ ਅਛੋਪਲੇ ਢੰਗ ਨਾਲ ਉਹਨਾਂ ਨੂੰ ਹਿੰਦੂ ਰੀਤੇ ਤੋਰਨ ਦੀ ਕਵਾਇਦ ਸ਼ੁਰੂ ਹੋ ਗਈ। ਹਿੰਦੂ ਕ੍ਰਾਂਤੀਕਾਰੀ ਦਲ ਅਰਬਿੰਦੋ ਘੋਸ਼ ਨੇ ਬੰਕਿਮ ਚੰਦਰ ਕੋਲੋਂ ਪ੍ਰੇਰਿਤ ਅਤੇ ਉਤਸ਼ਾਹਿਤ ਹੋ ਕੇ ਹਿੰਦੂ ਉੱਚ ਜਾਤੀਆਂ ਅੰਦਰ ਲੜਾਕੂ ਜਜ਼ਬਾ ਪੈਦਾ ਕਰਨ ਲਈ ਸਿਧਾਂਤਕ ਅਤੇ ਅਮਲੀ ਖੇਤਰ ਅੰਦਰ ਪੁਰਜ਼ੋਰ ਸਰਗਰਮੀ ਆਰੰਭ ਦਿੱਤੀ। ਉਸ ਨੇ 1909 ਈਸਵੀ ਵਿੱਚ ਆਨੰਦ ਮੱਠ ਦਾ ਅੰਗਰੇਜ਼ੀ ਅਨੁਵਾਦ ਕਰਕੇ ਇਸ ਨੂੰ ਆਪਣੇ ਪਰਚੇ ਕਰਮਯੋਗਿਨੀ ਵਿੱਚ ਲੜੀਵਾਰ ਛਾਪਿਆ। ਬੰਕਿਮ ਚੰਦਰ ਚੱਟੋਪਾਧਿਆਏ ਦੇ ਵਿਚਾਰਾਂ ਖਾਸ ਕਰਕੇ ਆਨੰਦ ਮੱਠ ਨਾਵਲ ਤੋਂ ਪ੍ਰੇਰਿਤ ਅਤੇ ਉਤਸ਼ਾਹਿਤ ਹੋ ਕੇ ਬੰਗਾਲ ਅੰਦਰ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਨੇ ਗੁਪਤ ਜਥੇਬੰਦੀਆਂ ਬਣਾ ਕੇ ਅੰਗਰੇਜ਼ੀ ਰਾਜ ਵਿਰੁੱਧ ਹਥਿਆਰਬੰਦ ਕਾਰਨਾਮੇ ਕਰਨੇ ਸ਼ੁਰੂ ਕਰ ਦਿੱਤੇ। 20ਵੀਂ ਸਦੀ ਦੇ ਮੁੱਢਲੇ ਸਾਲਾਂ ਅੰਦਰ ਬੰਗਾਲ ਵਿੱਚ ਜੁਝਾਰੂ ਹਿੰਦੂ
ਰਾਸ਼ਟਰਵਾਦੀਆਂ ਦੇ ਦੋ ਗਰੁੱਪ ਸਨ, ਇੱਕ ਅਨੁਸ਼ੀਲਨ ਸਮਿਤੀ ਅਤੇ ਦੂਜਾ ਵਿਪਲਵੀ ਅਥਵਾ ਯੁਗਾਂਤਰ ਗਰੁੱਪ। ਅਨੁਸ਼ੀਲਨ ਦਾ ਸੰਕਲਪ ਬੰਕਿਮ ਚੰਦਰ ਚੈਟਰਜੀ ਨੇ ਘੜਿਆ ਅਤੇ ਪ੍ਰਚਲਿਤ ਕੀਤਾ ਸੀ। ਇਸ ਦਾ ਅਰਥ ਤਨ ਅਤੇ ਮਨ ਨੂੰ ਸਾਧਨਾ ਸੀ। ਮਨ ਦੇ ਨਾਲ ਤਨ ਨੂੰ ਸਾਧਨ ਦੀ ਲੋੜ ਇਸ ਕਰਕੇ ਦਰਸਾਈ ਗਈ ਸੀ ਕਿ ਹਿੰਦੂਆਂ ਅੰਦਰੋਂ ਆਪਣੇ ਆਪ ਨੂੰ ਜਿਸਮਾਨੀ ਪੱਖੋਂ ਮੁਸਲਮਾਨਾਂ ਤੋਂ ਕਮਜ਼ੋਰ ਸਮਝਣ ਦੀ ਹੀਣ ਭਾਵਨਾ ਦੂਰ ਕੀਤੀ ਜਾ ਸਕੇ, ਤਾਂ ਉਹ ਤਨ ਦੀ ਸਾਧਨਾ ਜ਼ਰੀਏ ਮੁਸਲਮਾਨਾਂ ਦੇ ਜਿਸਮਾਨੀ ਬਲ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਣ। 1908 ਈਸਵੀ ਵਿੱਚ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਨੇ ਬਨਾਰਸ ਵਿਖੇ ਅਨੁਸ਼ੀਲਨ ਸਮਿਤੀ ਨਾਂ ਹੇਠ ਪਹਿਲਾ ਕ੍ਰਾਂਤੀਕਾਰੀ ਦਲ ਕਾਇਮ ਕੀਤਾ। ਬਾਅਦ ਵਿੱਚ ਸਰਕਾਰ ਨੂੰ ਚਕਮਾ ਦੇਣ ਲਈ ਇਸ ਦਾ ਨਾਮ ਬਦਲ ਕੇ ਯੰਗ ਮੈਨਜ਼ ਐਸੋਸੀਏਸ਼ਨ ਰੱਖ ਦਿੱਤਾ ਗਿਆ। ਯੁਗਾਂਤਰ ਦਾ ਸ਼ਬਦੀ ਅਰਥ ਹੈ ਯੁੱਗ ਦਾ ਅੰਤਰ, ਭਾਵ ਇਹ ਕਿ ਹਿੰਦੂ ਰਾਸ਼ਟਰਵਾਦੀ ਨਵਾਂ ਯੁੱਗ ਲਿਆਉਣਾ ਚਾਹੁੰਦੇ ਸਨ ਜਿੱਥੇ ਵੈਦਿਕ ਹਿੰਦੂ ਧਰਮ ਦੀ ਜੈ ਜੈਕਾਰ ਹੋਣੀ ਸੀ। 1906 ਈਸਵੀ ਵਿੱਚ ਯੁਗਾਂਤਰ ਦੇ ਨਾਂ ਹੇਠ ਪਹਿਲਾ ਬੰਗਾਲੀ ਰਾਸ਼ਟਰਵਾਦੀ ਸਪਤਾਹਿਕ ਪਰਚਾ ਛਪਣਾ ਸ਼ੁਰੂ ਹੋਇਆ। ਇਸ ਦਾ ਸੰਪਾਦਕ ਸਵਾਮੀ ਵਿਵੇਕਾਨੰਦ ਦਾ ਛੋਟਾ ਭਰਾ ਭੁਪਿੰਦਰ ਨਾਥ ਦੱਤ ਸੀ, ਪਰ ਅਮਲੀ ਰੂਪ ਵਿੱਚ ਸੰਪਾਦਕੀ ਲੇਖ ਅਰਬਿੰਦੋ ਘੋਸ਼ ਹੀ ਲਿਖਦਾ ਸੀ। ਯੁਗਾਂਤਰ ਤੋਂ ਇਲਾਵਾ ਅਰਬਿੰਦੋ ਘੋਸ਼ ਨੇ 1906 ਵਿੱਚ ਵੰਦੇ ਮਾਤਰਮ ਦੇ ਨਾਂ ਹੇਠ ਇੱਕ ਹੋਰ ਪਰਚਾ ਛਾਪਣਾ ਸ਼ੁਰੂ ਕਰ ਦਿੱਤਾ ਸੀ। ਇਹ ਦੋਵੇਂ ਹੀ ਗਰੁੱਪ ਬੰਗਾਲ ਮਾਤਰ-ਭੂਮੀ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਇੱਕਾ ਦੁੱਕਾ ਹਥਿਆਰਬੰਦ ਕਾਰਵਾਈਆਂ ਕਰਦੇ ਸਨ। ਦੋਵੇਂ ਹੀ ਗਰੁੱਪਾਂ ਦਾ ਮਕਸਦ ਮਾਤਰ-ਭੂਮੀ ਨੂੰ ਆਜ਼ਾਦ ਕਰਵਾ ਕੇ ਹਿੰਦੂਆਂ ਦੀ ਖੁੱਸੀ ਹੋਈ ਸ਼ਾਨ ਬਹਾਲ ਕਰਨਾ ਸੀ। ਦੋਵੇਂ ਹੀ ਗਰੁੱਪ ਮੁਸਲਮਾਨਾਂ ਨੂੰ ਤਿੱਖੀ ਨਫ਼ਰਤ ਕਰਦੇ ਸਨ। ਇਹਨਾਂ ਗਰੁੱਪਾਂ ਵਿੱਚ ਸ਼ਾਮਿਲ ਹੋਣ ਲਈ ਮੈਂਬਰਾਂ ਨੂੰ ਉਸੇ ਹੀ ਤਰ੍ਹਾਂ ਦੇਵੀ ਦੀ ਸਹੁੰ ਚੁੱਕਣੀ ਪੈਂਦੀ ਸੀ, ਜਿਸ ਤਰ੍ਹਾਂ ਆਨੰਦ ਮਠ ਨਾਵਲ ਵਿੱਚ ਦਿਖਾਇਆ ਗਿਆ ਹੈ। ਅਨੁਸ਼ੀਲਨ ਸਮਿਤੀ ਦਾ ਮੈਂਬਰ ਬਣਨ ਵੇਲੇ ਕਾਲੀ ਮਾਤਾ ਮੂਹਰੇ ਖੜ੍ਹ ਕੇ, ਸਿਰ ਉੱਤੇ ਗੀਤਾ ਰੱਖ ਕੇ, ਹੱਥ ਵਿੱਚ ਤਲਵਾਰ ਜਾਂ ਪਿਸਤੌਲ ਫੜ ਕੇ ਸਹੁੰ ਚੁੱਕਣੀ ਪੈਂਦੀ ਸੀ। ਇਸ ਦੇ ਮੈਂਬਰਾਂ ਅੰਦਰ ਜੰਗਜੂ ਸਪਿਰਿਟ ਭਰਨ ਲਈ ਉਹਨਾਂ ਨੂੰ ਲਾਠੀ ਅਤੇ ਤਲਵਾਰ ਆਦਿ ਚਲਾਉਣ ਦੀ ਉਚੇਚੀ ਸਿੱਖਿਆ ਅਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਅਨੁਸ਼ੀਲਨ ਸਮਿਤੀ ਦੇ ਪ੍ਰਸਿੱਧ ਆਗੂ ਤਰਲੋਕਿਆ ਨਾਥ ਚੱਕਰਵਰਤੀ, ਜਿਸ ਨੇ ਲਗਭਗ 30 ਸਾਲ ਜੇਲ੍ਹਾਂ ਅੰਦਰ ਕਠੋਰ ਜੀਵਨ ਬਤੀਤ ਕੀਤਾ ਸੀ, ਨੇ ਆਪਣੀ ਜੀਵਨ ਵਿਥਿਆ ਬਿਆਨ ਕਰਦਿਆਂ ਲਿਖਿਆ ਹੈ ਕਿ ਅਨੁਸ਼ੀਲਨ ਸਮਿਤੀ ਦੇ ਬਾਨੀ ਆਗੂ ਪੁਲੇਨ ਬਾਬੂ ਨੇ ਇੱਕ ਮਰਾਠਾ ਸੱਜਣ ਤੋਂ ਤਲਵਾਰ ਅਤੇ ਛੁਰਾ ਚਲਾਉਣਾ ਸਿੱਖਿਆ ਅਤੇ ਲੋਕਲ ਲਠੈਂਤਾਂ ਤੋਂ ਲਾਠੀ ਚਲਾਉਣੀ ਸਿੱਖੀ। ਪੁਲੇਨ ਬਾਬੂ ਨੇ ਭਾਰਤ ਨੂੰ ਆਜ਼ਾਦ ਕਰਵਾਉਣਾ ਚਾਹਿਆ ਸੀ, ਇਸ ਲਈ ਉਹਨਾਂ ਨੇ ਦੇਸ਼ ਵਿੱਚ ਯੁਵਾ ਸ਼ਕਤੀ ਜਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਿਤੀ ਵਿੱਚ ਤਲਵਾਰ, ਲਾਠੀ, ਛੁਰਾ ਚਲਾਉਣਾ ਅਤੇ ਸਿਖਾਉਣਾ ਸ਼ੁਰੂ ਕੀਤਾ। ਤਰਲੋਕਿਆ ਨਾਥ ਚੱਕਰਵਰਤੀ ਦੇ ਹੇਠ ਦਿੱਤੇ ਹਵਾਲੇ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਮੁੱਢਲੇ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਅੰਦਰ ਹਿੰਦੂਆਂ ਨੂੰ ਮੁਸਲਮਾਨਾਂ ਦੇ ਮੁਕਾਬਲੇ ਵਿੱਚ ਕਮਜ਼ੋਰ ਅਤੇ ਕਾਇਰ ਸਮਝਣ ਦੀ ਹੀਣ ਭਾਵਨਾ ਤੋਂ ਮੁਕਤ ਕਰਨ ਦੀ ਕਿੰਨੀ ਪ੍ਰਬਲ ਤਾਂਘ ਮਚਲ ਰਹੀ ਸੀ। ਚੱਕਰਵਰਤੀ ਨੇ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਪੂਰਬੀ ਬੰਗਾਲ ਅੰਦਰ ਕੀਤੀ ਗਈ ਇੱਕ ਡਕੈਤੀ ਦਾ ਬੀਰ ਰਸੀ ਵਰਣਨ ਇਸ ਤਰ੍ਹਾਂ ਕੀਤਾ ਹੈ। 1908 ਵਿੱਚ ਬਾਨਾ ਡਕੈਤ ਹੋਈ। ਪੁਲਿਸ ਨੇ ਸਮਝਿਆ ਕਿ ਅਨੁਸ਼ੀਲਨ ਸਮਿਤੀ ਦਾ ਕੰਮ ਹੈ। ਇਸ ਡਕੈਤੀ ਵਿੱਚ ਨੌਜਵਾਨਾਂ ਨੇ ਵਿਲੱਖਣ ਬਹਾਦਰੀ ਦਿਖਾਈ ਸੀ। ਇਹਨਾਂ ਡਾਕੂਆਂ ਨੇ ਸਾਬਿਤ ਕਰ ਦਿੱਤਾ ਸੀ ਕਿ ਬੰਗਾਲੀ ਕਾਇਰ ਨਹੀਂ ਹਨ, ਬੰਗਾਲੀ ਲੜਨਾ ਅਤੇ ਮਰਨਾ ਜਾਣਦੇ ਹਨ। ਅਤੇ ਹੋਰ ਬੰਗਾਲ ਦੇ ਕ੍ਰਾਂਤੀਕਾਰੀਆਂ ਨੇ ਬੜੀਆਂ ਡਕੈਤੀਆਂ ਕੀਤੀਆਂ ਹਨ। ਦਿਨ ਦਿਹਾੜੇ ਕਲਕੱਤਾ ਸ਼ਹਿਰ ਵਿੱਚ ਹੌਸਲੇਮੰਦ ਡਕੈਤੀਆਂ ਹੋਈਆਂ ਹਨ। ਡਾਕੂਆਂ ਨੇ ਡਕੈਤੀ ਦੇ ਵਕਤ ਬਹੁਤ ਸਾਰੇ ਮੌਕਿਆਂ 'ਤੇ ਅਦਭੁਤ ਬਹਾਦਰੀ ਅਤੇ ਹਿੰਮਤ ਦਿਖਾਈ ਹੈ। 1908 ਵਿੱਚ ਅਲੀਪੁਰ ਵਿਖੇ ਹੋਏ ਬੰਬ ਕਾਂਡ ਤੋਂ ਬਾਅਦ ਪੁਲਿਸ ਨੇ ਯੁਗਾਂਤਰ ਗਰੁੱਪ ਦੇ ਬਹੁਤ ਸਾਰੇ ਮੈਂਬਰ ਫੜ ਲਏ। ਇਸ ਦੇ ਨਾਲ ਹੀ ਇੱਕ ਗਰੁੱਪ ਦਾ ਭੋਗ ਪੈ ਗਿਆ ਅਤੇ ਪਰਚਾ ਵੀ ਛਪਣਾ ਬੰਦ ਹੋ ਗਿਆ। ਪਰ ਅਨੁਸ਼ੀਲਨ ਸਮਿਤੀ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਰਹੀਆਂ ਅਤੇ ਇਸ ਗਰੁੱਪ ਦਾ ਦਾਇਰਾ ਚੌੜਾ ਹੁੰਦਾ ਗਿਆ। ਕੇਸ਼ਵ ਬਲੀਰਾਮ
ਹੈਡਗਵਾਰ, ਜਿਸਨੇ ਪਿੱਛੋਂ ਜਾ ਕੇ ਰਾਸ਼ਟਰੀय ਸਵੈਮ ਸੇਵਕ ਸੰਘ ਭਾਵ RSS ਦੀ ਨੀਂਹ ਰੱਖੀ, ਨੇ 1910-11 ਵਿੱਚ ਕਲਕੱਤਾ ਵਿਖੇ ਡਾਕਟਰੀ ਦੀ ਪੜ੍ਹਾਈ ਕਰਦਿਆਂ ਅਨੁਸ਼ੀਲਨ ਸੰਮਤੀ ਤੋਂ ਹੀ ਦੀਖਿਆ ਲਈ ਸੀ। ਰਾਸ ਬਿਹਾਰੀ ਬੋਸ ਅਤੇ ਸਚਿੰਦਰ ਨਾਥ ਸਨਿਆਲ, ਜਿਨ੍ਹਾਂ ਨੇ 1915 ਵਿੱਚ ਪੰਜਾਬ ਆ ਕੇ ਗਦਰ ਪਾਰਟੀ ਨਾਲ ਰਾਬਤਾ ਬਣਾਇਆ ਸੀ, ਵੀ ਅਨੁਸ਼ੀਲਨ ਸੰਮਤੀ ਨਾਲ ਹੀ ਜੁੜੇ ਹੋਏ ਸਨ। ਇਨ੍ਹਾਂ ਹਿੰਦੂ ਰਾਸ਼ਟਰਵਾਦੀਆਂ ਦੇ ਮਨਾਂ ਅੰਦਰ ਮੁਸਲਮਾਨਾਂ ਪ੍ਰਤੀ ਕਿੰਨੀ ਨਫ਼ਰਤ ਅਤੇ ਦਵੈਸ਼ ਭਰੀ ਪਈ ਸੀ, ਇਸ ਦਾ ਪਤਾ ਬੰਦੀ ਜੀਵਨ ਪੁਸਤਕ ਦੇ ਲੇਖਕ ਸਚਿੰਦਰ ਨਾਥ ਸਨਿਆਲ ਦੇ ਹੇਠ ਲਿਖੇ ਵਿਚਾਰਾਂ ਤੋਂ ਬਖੂਬੀ ਲੱਗ ਜਾਂਦਾ ਹੈ। ਸਾਡੇ ਬੁਲਾਵਨ ਤੇ ਵੀ ਜੇ ਮੁਸਲਮਾਨ ਨਹੀਂ ਸਨ ਆਉਂਦੇ ਤਾਂ ਵਾਹਦ ਕਾਰਨ ਇਹ ਸੀ ਕਿ ਉਹ ਭਾਰਤ ਨਾਲ ਹਿੰਦੂਆਂ ਵਾਂਗ ਪ੍ਰੇਮ ਨਹੀਂ ਸਨ ਕਰਦੇ। ਮੁਸਲਮਾਨਾਂ ਨਾਲ ਮਿਲਣ ਜੁਲਣ ਤੇ ਸਾਡੀ ਇਹ ਧਾਰਨਾ ਬਣੀ ਕਿ ਸਾਡੇ ਦੇਸ਼ ਦੇ ਮੁਸਲਮਾਨ ਲੋਕਾਂ ਦੀ ਤੁਰਕੀ, ਮਿਸਰ, ਈਰਾਨ ਜਾਂ ਕਾਬਲ ਵੱਲ ਜਿੰਨੀ ਖਿੱਚ ਏ ਓਨੀ ਭਾਰਤ ਵੱਲ ਨਹੀਂ ਏ। ਉਹ ਤੁਰਕੀ ਦੇ ਗੌਰਵ ਵਿੱਚ ਖੁਦ ਨੂੰ ਜਿੰਨਾ ਗੌਰਵਸ਼ਾਲੀ ਅਨੁਭਵ ਕਰਦੇ ਹਨ, ਭਾਰਤ ਵਾਸੀਆਂ ਦੇ ਹਿੰਦੂਆਂ ਦੇ ਗੌਰਵ ਵਿੱਚ ਖੁਦ ਨੂੰ ਓਨਾ ਗੌਰਵਸ਼ਾਲੀ ਨਹੀਂ ਮੰਨਦੇ। ਤ੍ਰਿਲੋਕਿਆਨਾਥ ਚੱਕਰਵਰਤੀ ਨੇ ਆਪਣੀ ਸਵੈ ਜੀਵਨੀ ਵਿੱਚ ਬਹੁਤ ਫਖਰ ਨਾਲ ਕਿਹਾ ਹੈ ਕਿ ਜਿੱਥੇ ਕਿਤੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਦੰਗੇ ਹੋਏ, ਅਨੁਸ਼ੀਲਨ ਸੰਮਤੀ ਦੇ ਮੈਂਬਰਾਂ ਨੇ ਬਹਾਦਰੀ ਨਾਲ ਮੁਸਲਮਾਨਾਂ ਦਾ ਮੁਕਾਬਲਾ ਕੀਤਾ। ਸਰਦਾਰ ਜਗਜੀਤ ਸਿੰਘ ਨੇ ਗਦਰ ਲਹਿਰ ਦਾ ਗੂੜ੍ਹ ਵਿਸ਼ਲੇਸ਼ਣ ਕਰਦਿਆਂ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੇ ਵਿਚਾਰਧਾਰਕ ਅਤੇ ਰਾਜਸੀ ਖਾਸੇ ਬਾਰੇ ਦੋ ਅਹਿਮ ਨਿਰਣੇ ਪੇਸ਼ ਕੀਤੇ ਹਨ। ਇੱਕ ਇਹ ਕਿ ਉਨ੍ਹਾਂ ਵੱਲੋਂ ਅਪਣਾਏ ਢੰਗ ਤਰੀਕੇ ਤਰਾਸਵਾਦੀ ਅਥਵਾ ਦਹਿਸ਼ਤਗਰਦ ਸਨ। ਦੂਜਾ, ਉਹ ਮੁਸਲਮਾਨਾਂ ਪ੍ਰਤੀ ਵਿਰੋਧ ਅਤੇ ਦੁਸ਼ਮਣੀ ਦੇ ਭਾਵ ਰੱਖਦੇ ਸਨ। ਉਨ੍ਹਾਂ ਲਿਖਿਆ ਹੈ, ਹਿੰਦੂ ਇਨਕਲਾਬੀਆਂ ਵਿੱਚੋਂ ਭਾਰਤ ਦੇ ਤਰਾਸਵਾਦੀ ਦੇਸ਼ ਭਗਤ ਫਿਰਕੂ ਜੈਨੀਅਤ ਤੋਂ ਮੁਕਾਬਲਤਨ ਕਾਫੀ ਬੇਲਾਗ ਸਮਝੇ ਜਾਂਦੇ ਸਨ, ਪਰ ਉਨ੍ਹਾਂ ਨੇ ਵੀ ਇੱਕ ਤੈਅ ਕੀਤੀ ਹੋਈ ਨੀਤੀ ਅਨੁਸਾਰ ਮੁਸਲਮਾਨ ਭਰਾਵਾਂ ਨੂੰ ਆਪਣੀਆਂ ਜਥੇਬੰਦੀਆਂ ਵਿੱਚ ਸ਼ਾਮਿਲ ਕਰਨੋਂ ਸੰਕੋਚ ਕਰੀ ਰੱਖੇ। ਸਰਦਾਰ ਖੁਸ਼ਵੰਤ ਸਿੰਘ ਨੇ ਵੀ ਲਿਖਿਆ ਹੈ ਕਿ ਮਹਾਰਾਸ਼ਟਰ ਅਤੇ ਬੰਗਾਲ ਦੋਵਾਂ ਥਾਵਾਂ ਤੇ 20ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਵਰਗਾਂ ਅੰਦਰ ਰਾਸ਼ਟਰਵਾਦ ਦੀ ਜਿਹੜੀ ਗਰਮ ਖਿਆਲੀ ਧਾਰਾ, ਜਿਹਨੂੰ ਉਹ ਰਾਜਸੀ ਆਤੰਕਵਾਦ ਕਹਿੰਦਾ ਹੈ, ਦਾ ਰੁਝਾਨ ਪੈਦਾ ਹੋਇਆ ਸੀ। ਮਹਾਰਾਸ਼ਟਰ ਵਿੱਚ ਸ਼ਿਵਾਜੀ ਅਤੇ ਬੰਗਾਲ ਅੰਦਰ ਕਾਲੀ ਦੇਵੀ ਦੀ ਧਰਮ ਪੂਜਾ ਦੀ ਜਿਹੜੀ ਰੀਤ ਆਰੰਭ ਹੋਈ, ਉਹ ਵਰਤਾਰਾ ਹਿੰਦੂਵਾਦ ਦੇ ਪੁਨਰ ਉਭਾਰ ਨਾਲ ਜੁੜਿਆ ਹੋਇਆ ਸੀ। ਦੋਵਾਂ ਹੀ ਥਾਵਾਂ ਤੇ ਮੁਸਲਮਾਨਾਂ ਨੂੰ ਬਾਹਰ ਧੱਕ ਦਿੱਤਾ ਗਿਆ ਸੀ। ਸਚਿੰਦਰ ਨਾਥ ਸਨਿਆਲ ਨੇ ਆਪਣੇ ਮੂੰਹੋਂ ਇਹ ਤੱਥ ਤਸਲੀਮ ਕੀਤਾ ਹੈ ਕਿ ਕ੍ਰਾਂਤੀਕਾਰੀਆਂ ਵਿੱਚੋਂ ਬਹੁਤੇ ਹਿੰਦੂ ਅਜਿਹੇ ਸਨ ਜਿਨ੍ਹਾਂ ਦੇ ਦਿਲਾਂ ਵਿੱਚ ਇਹ ਇੱਛਾ ਗੁਪਤ ਰੂਪ ਵਿੱਚ ਸੀ ਕਿ ਭਾਰਤ ਦੇ ਆਜ਼ਾਦ ਹੋਣ ਦਾ ਮਤਲਬ ਹਿੰਦੂ ਰਾਜ ਦੀ ਪੁਨਰ ਸਥਾਪਨਾ ਹੋਵੇਗੀ। ਪਰ ਇਸ ਦੇ ਝੱਟ ਪਿੱਛੋਂ ਉਸ ਨੇ ਇਸ ਅਣਸੁਖਾਵੇਂ ਸੱਚ ਉੱਤੇ ਲਿਪਾਪੋਚੀ ਕਰਦਿਆਂ ਕਿਹਾ, ਪਰ ਹੌਲੀ-ਹੌਲੀ ਇਹ ਭਾਵ ਬਿਲਕੁਲ ਅਲੋਪ ਹੋ ਜਾਂਦਾ ਏ ਅਤੇ ਅੰਤ ਵਿੱਚ ਹਾਲਾਂਕਿ ਉਹ ਕ੍ਰਾਂਤੀਕਾਰੀ ਮੁੱਖ ਰੂਪ ਵਿੱਚ ਹਿੰਦੂਆਂ ਦੇ ਉੱਪਰ ਹੀ ਭਰੋਸਾ ਕਰਕੇ ਅੱਗੇ ਵਧਦੇ ਸਨ, ਫਿਰ ਵੀ ਭਾਰਤ ਦੀ ਆਜ਼ਾਦੀ ਦੀ ਕਲਪਨਾ ਵਿੱਚ ਭਾਰਤ ਦੀ ਕਿਸੇ ਵੀ ਜਾਤੀ ਕੌਮ ਨੂੰ ਦੂਸਰੀ ਜਾਤੀ ਦੇ ਅਧੀਨ ਰੱਖਣ ਦਾ ਸੰਕਲਪ ਨਹੀਂ ਰੱਖਿਆ। ਪ੍ਰਬੁੱਧ ਨੈਸ਼ਨਲਿਸਟ ਹਿੰਦੂ ਆਗੂ ਇਸ ਗੱਲੋਂ ਪੂਰੇ ਸੁਚੇਤ ਸਨ ਕਿ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਇਰਾਦੇ ਦਾ ਖੁੱਲ੍ਹਮ-ਖੁੱਲ੍ਹਾ ਐਲਾਨ ਕਰਨ ਨਾਲ ਆਜ਼ਾਦੀ ਦੀ ਲੜਾਈ ਲਈ ਅੰਦਰੂਨੀ ਉਲਝਣਾਂ ਪੈਦਾ ਹੋ ਸਕਦੀਆਂ ਸਨ। ਇਸ ਕਰਕੇ ਉਹਨਾਂ ਨੇ ਹਿੰਦੂ ਰਾਸ਼ਟਰਵਾਦ ਦੀ ਭਾਸ਼ਾ ਵਿੱਚ ਗੱਲ ਕਰਨ ਦੀ ਬਜਾਏ ਭਾਰਤੀ ਰਾਸ਼ਟਰਵਾਦ ਦੀ ਭਾਸ਼ਾ ਵਿੱਚ ਗੱਲ ਕਰਨ ਦਾ ਚੁਸਤ ਪੈਂਤੜਾ ਵਰਤਿਆ। ਇਸ ਨਾਲ ਮੁਸਲਮਾਨਾਂ ਦਾ ਤਾਂ ਮਾਮੂਲੀ ਜਿਹਾ ਹਿੱਸਾ ਹੀ ਗੁੰਮਰਾਹ ਕੀਤਾ ਜਾ ਸਕਿਆ, ਪਰ ਸ਼ਾਤਰ ਦਿਮਾਗ ਹਿੰਦੂ ਆਗੂਆਂ ਨੇ ਸਿੱਖਾਂ ਦੇ ਵੱਡੇ ਹਿੱਸੇ ਨੂੰ ਆਸਾਨੀ ਨਾਲ ਵਰਗਲਾ ਲਿਆ। ਭਾਰਤੀ ਕਮਿਊਨਿਸਟ ਤਾਂ ਆਪਣੇ ਆਧੁਨਿਕਵਾਦੀ ਤੱਤ ਅਤੇ ਉੱਚ ਜਾਤੀ ਹਿੰਦੂ ਸੱਭਿਆਚਾਰ ਕਰਕੇ ਸਵੈ ਇੱਛਾ ਨਾਲ ਹੀ ਚਲੇ ਗਏ। ਇਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੇ ਜਾਮੇ ਵਿੱਚ ਹਿੰਦੂ ਰਾਸ਼ਟਰਵਾਦੀ ਧਾਰਾ ਦਾ ਜ਼ੋਰ ਚੜ੍ਹ ਗਿਆ।
ਰਾਸ਼ਟਰਵਾਦੀ ਆਗੂਆਂ ਅਤੇ ਵਿਦਵਾਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਜਿਹੜਾ ਬਿਰਤਾਂਤ ਸਿਰਜਿਆ, ਉਸ ਵਿੱਚ ਸੁਚੇਤ ਰੂਪ ਵਿੱਚ ਸਰਵਲੌਕਿਕਤਾ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਭਾਵ ਧਰਮ ਜਾਂ ਜਾਤੀ ਸੂਚਕ ਪਦਾਂ ਹਿੰਦੂ, ਮੁਸਲਮਾਨ, ਸਿੱਖਾਂ ਜਾਂ ਦਲਿਤ ਆਦਿ ਦੀ ਬਜਾਏ ਸਰਬ ਸਾਂਝਾ, ਧਰਮ ਨਿਰਲੇਪ ਅਤੇ ਵਰਗ ਨਿਰਲੇਪ ਪਦ ਭਾਰਤੀ ਇਸਤੇਮਾਲ ਕੀਤਾ ਗਿਆ ਹੈ। ਭਾਰਤ ਦੇ ਅਲੱਗ-ਅਲੱਗ ਵਰਗਾਂ ਅੰਦਰ ਆਈ ਰਾਜਸੀ ਜਾਗ੍ਰਿਤੀ ਦਾ ਵਰਗਾਂ ਦੇ ਆਧਾਰ ਤੇ ਨਿਖੇੜਾ ਕਰਕੇ ਹਰ ਇੱਕ ਦੀ ਆਪੋ ਆਪਣੀ ਵਿਸ਼ੇਸ਼ਤਾ ਦਰਸਾਉਣ ਦੀ ਥਾਂ ਆਧੁਨਿਕਵਾਦੀ ਦਸਤੂਰ ਅਨੁਸਾਰ ਸਾਰੇ ਵਰਗਾਂ ਨੂੰ ਭਾਰਤੀ ਪਦ ਵਿੱਚ ਸੰਮਿਲਿਤ ਕਰਕੇ ਭਾਰਤੀ ਲੋਕਾਂ ਅੰਦਰ ਆਈ ਰਾਜਸੀ ਜਾਗ੍ਰਿਤੀ, ਭਾਰਤੀ ਲੋਕਾਂ ਦਾ ਸੰਗਰਾਮ, ਭਾਰਤੀਆਂ ਦੀ ਬਹਾਦਰੀ, ਭਾਰਤੀ ਲੋਕਾਂ ਦੀਆਂ ਕੁਰਬਾਨੀਆਂ, ਭਾਰਤੀ ਲੋਕਾਂ ਦੀਆਂ ਸ਼ਾਨਦਾਰ ਰਵਾਇਤਾਂ ਆਦਿ ਸਰਵਲੌਕਿਕ ਵਾਕੰਸ਼ ਪ੍ਰਚਲਿਤ ਕਰ ਦਿੱਤੇ ਗਏ। ਇਸ ਚਤੁਰਾਈ ਨਾਲ ਹਿੰਦੂ ਵਰਗ ਅੰਦਰ ਆਈ ਰਾਜਸੀ ਜਾਗ੍ਰਿਤੀ ਦਾ ਹਿੰਦੂਤਵੀ ਅੰਸ਼ ਢੱਕ ਲਿਆ ਗਿਆ। ਇਸ ਬਿਰਤਾਂਤ ਨੂੰ ਵਾਰ-ਵਾਰ ਦੁਹਰਾਉਣ ਨਾਲ ਇਸ ਦਾ ਅਸਰ ਸਾਰੇ ਵਰਗਾਂ ਨੇ ਕਬੂਲ ਕਰ ਲਿਆ। ਇਸ ਨਾਲ ਆਜ਼ਾਦੀ ਦੀ ਲੜਾਈ ਅੰਦਰ ਪ੍ਰਗਟ ਅਤੇ ਕਿਰਿਆਸ਼ੀਲ ਹੋਏ ਵੱਖ-ਵੱਖ ਰੁਝਾਨਾਂ ਅਤੇ ਰਾਜਸੀ ਧਾਰਾਵਾਂ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਰੁਲ ਗਈ। ਇਸ ਦਾ ਸਭ ਨਾਲੋਂ ਵੱਧ ਨੁਕਸਾਨ ਸਿੱਖਾਂ ਨੂੰ ਹੋਇਆ ਅਤੇ ਸਭ ਨਾਲੋਂ ਵੱਧ ਲਾਭ ਹਿੰਦੂ ਉੱਚ ਵਰਗਾਂ ਅਤੇ ਉੱਚ ਜਾਤੀਆਂ ਨੂੰ ਹੋਇਆ। ਰਾਜਸੀ ਜਾਗ੍ਰਿਤੀ ਦਾ ਵਰਗ ਵਿਸ਼ੇਸ਼ ਖਾਸਾ। ਬਸਤੀਵਾਦੀ ਗਲਬੇ ਤੋਂ ਨਿਜਾਤ ਪਾਉਣਾ ਭਾਰਤ ਦੇ ਸਾਰੇ ਲੋਕਾਂ ਦਾ ਸਾਂਝਾ ਸਰੋਕਾਰ ਸੀ, ਉਹਨਾਂ ਦੀ ਸਾਂਝੀ ਲੋੜ ਸੀ। ਕਿਹਾ ਜਾ ਸਕਦਾ ਹੈ ਕਿ ਉਹ ਬਸਤੀਵਾਦੀ ਰਾਜ ਵਿਰੁੱਧ ਇੱਕ ਹੱਦ ਤੱਕ ਇਕੱਠੇ ਹੋ ਕੇ ਲੜੇ ਵੀ। ਇਹ ਗੱਲ ਸੱਚਾਈ ਦਾ ਇੱਕ ਅੰਸ਼ ਹੀ ਹੈ। ਇਸ ਦੇ ਨਾਲ ਹੀ ਇਹ ਵੀ ਅਕੱਟ ਅਤੇ ਅਟੱਲ ਸੱਚਾਈ ਹੈ ਕਿ ਜਦੋਂ ਅਲੱਗ-ਅਲੱਗ ਤਬਕੇ ਸਾਂਝੇ ਕਾਜ ਲਈ ਇਕੱਠੇ ਹੋ ਕੇ ਲੜਦੇ ਹਨ ਤਾਂ ਉਹਨਾਂ ਦੀ ਆਪੋ ਆਪਣੀ ਵਿਲੱਖਣਤਾ ਅਤੇ ਵਿਸ਼ੇਸ਼ਤਾ ਅਲੋਪ ਨਹੀਂ ਹੋ ਜਾਂਦੀ। ਇਹ ਹਰ ਪੱਧਰ ਤੇ ਪ੍ਰਗਟ ਹੁੰਦੀ ਹੈ। ਇੱਕੋ ਸਾਂਝੇ ਦੇਸ਼ ਦੇ ਵਾਸੀ ਹੋਣ ਦੇ ਬਾਵਜੂਦ ਹਰ ਸਮਾਜੀ, ਆਰਥਿਕ ਤਬਕੇ ਅਤੇ ਧਾਰਮਿਕ ਭਾਈਚਾਰੇ ਦੀ ਸਥਿਤੀ, ਸੰਖਿਆ, ਆਰਥਿਕ ਹੈਸੀਅਤ ਅਤੇ ਸਮਾਜੀ ਦਰਜੇ ਦੇ ਲਿਹਾਜ਼ ਨਾਲ ਵੱਖਰੀ-ਵੱਖਰੀ ਹੁੰਦੀ ਹੈ। ਹਰ ਵਰਗ ਆਪੋ ਆਪਣੀ ਸਥਿਤੀ ਦੇ ਤਰਕ ਮੁਤਾਬਕ ਹੀ ਆਪਣਾ ਪ੍ਰਤੀਕਰਮ ਪ੍ਰਗਟਾਉਂਦਾ ਹੈ। ਵੱਖ-ਵੱਖ ਵਰਗਾਂ ਦੇ ਮੂਲ ਅਕੀਦੇ, ਰਵਾਇਤਾਂ ਅਤੇ ਸਮਾਜੀ ਸੱਭਿਆਚਾਰਕ ਕਦਰਾਂ ਕੀਮਤਾਂ ਅਲੱਗ-ਅਲੱਗ ਹੁੰਦੀਆਂ ਹਨ, ਜਿਸ ਕਰਕੇ ਸੰਘਰਸ਼ ਵਿੱਚ ਸ਼ਾਮਿਲ ਸਾਰੇ ਵਰਗਾਂ ਦਾ ਨਿਸ਼ਾਨਾ ਭਾਵੇਂ ਜ਼ਾਹਰਾ ਤੌਰ ਤੇ ਇੱਕ ਹੁੰਦਾ ਹੈ, ਪਰ ਇਸ ਨਿਸ਼ਾਨੇ ਬਾਰੇ ਹਰ ਵਰਗ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ। ਅੱਡ-ਅੱਡ ਵਰਗਾਂ ਵਿਚਕਾਰ ਵਿਚਾਰਧਾਰਾ ਦੀ ਸਾਂਝ ਹੋ ਸਕਦੀ ਹੈ, ਪਰੰਤੂ ਵਿਚਾਰਧਾਰਾ ਦੇ ਪਿੱਛੇ ਹਮੇਸ਼ਾ ਇੱਕ ਸੋਚਣ ਅਤੇ ਮਹਿਸੂਸ ਕਰਨ ਦਾ ਤੌਰ ਤਰੀਕਾ, ਸੱਭਿਆਚਾਰਕ ਵਿਹਾਰ, ਅਗਿਆਤ ਮੂਲ ਪ੍ਰਵਿਰਤੀਆਂ ਅਤੇ ਅਗਾਧ ਪ੍ਰੇਰਨਾਵਾਂ ਦਾ ਸਮੂਹ ਹੁੰਦਾ ਹੈ, ਜਿਸ ਕਰਕੇ ਹਰ ਵਰਗ ਦਾ ਲੜਨ ਦਾ ਅੰਦਾਜ਼ ਵਿਲੱਖਣ ਹੁੰਦਾ ਹੈ। ਹਰ ਵਰਗ ਦਾ ਬਿਰਤਾਂਤ ਅਤੇ ਪ੍ਰਵਚਨ ਵੱਖਰਾ ਅਤੇ ਵਿਸ਼ੇਸ਼ ਹੁੰਦਾ ਹੈ। ਇਸ ਰੌਸ਼ਨੀ ਵਿੱਚ ਬਸਤੀਵਾਦੀ ਹਾਲਤਾਂ ਹੇਠ ਭਾਰਤ ਦੇ ਤਿੰਨਾਂ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਅੰਦਰ ਆਈ ਰਾਜਸੀ ਜਾਗ੍ਰਿਤੀ ਦਾ ਤੱਤ ਇੱਕੋ ਜਿਹਾ ਨਹੀਂ ਸੀ। ਇਸ ਵਿੱਚ ਵੱਡੇ ਵਖਰੇਵੇਂ ਸਨ। ਜਿਵੇਂ ਪਿੱਛੇ ਦਰਸਾਇਆ ਗਿਆ ਹੈ, ਬਸਤੀਵਾਦ ਦੇ ਵਿਰੁੱਧ ਸਭ ਤੋਂ ਪਹਿਲਾਂ ਹਿੰਦੂ ਸਮਾਜ ਦੇ ਉੱਚ ਜਾਤੀ ਵਰਗ ਹੀ ਜਾਗਰੂਕ ਅਤੇ ਲਾਮਬੰਦ ਹੋਏ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਿੰਦੂ ਰਾਜਸੀ ਸਰਗਰਮੀ ਦੀ ਵਾਂਗਡੋਰ ਉੱਚ ਵਰਗਾਂ ਦੇ ਹੱਥ ਵਿੱਚ ਹੀ ਰਹੀ। ਇਹਨਾਂ ਵਰਗਾਂ ਦਾ ਸੁਪਨਾ ਵੈਦਿਕ ਯੁੱਗ, ਜਿਹਨੂੰ ਉਹ ਸੁਨਹਿਰੀ ਯੁੱਗ ਕਹਿੰਦੇ ਸਮਝਦੇ ਸਨ, ਨੂੰ ਮੁੜ ਸਥਾਪਿਤ ਕਰਨਾ ਸੀ। ਇਸ ਕਰਕੇ ਹਿੰਦੂ ਉੱਚ ਵਰਗਾਂ ਦੀ ਅਗਵਾਈ ਹੇਠਲੀ ਹਰ ਵੰਨਗੀ ਦੀ ਰਾਜਸੀ ਧਾਰਾ, ਉਹ ਉਦਾਰਪੰਥੀ ਸੀ ਜਾਂ ਗਰਮਪੰਥੀ ਸੀ, ਅਹਿੰਸਕ ਸੀ ਜਾਂ ਹਿੰਸਕ ਸੀ, ਦਾ ਮੂਲ ਖਾਸਾ ਹਿੰਦੂ ਪੁਨਰ ਉਥਾਨ ਸੀ। ਦੇਸ਼ ਦੀ ਆਜ਼ਾਦੀ ਬਾਰੇ ਇਹਨਾਂ ਵਰਗਾਂ ਦਾ ਨਜ਼ਰੀਆ ਸੌੜਾ ਅਤੇ ਸਵੈ ਹਿੱਤਾਂ ਤੋਂ ਪ੍ਰੇਰਿਤ ਸੀ। ਜਿਵੇਂ ਇਹਨਾਂ ਵਰਗਾਂ ਨੇ ਰਵਾਇਤੀ ਸਮਾਜ ਅੰਦਰ ਹਜ਼ਾਰਾਂ ਸਾਲਾਂ ਤੱਕ ਆਪਣੀ ਸਰਬ ਪ੍ਰਧਾਨਤਾ ਬਣਾਈ ਰੱਖੀ ਸੀ, ਉਵੇਂ ਹੀ ਇਹਨਾਂ ਅੰਦਰ ਨਵੇਂ ਸਮਾਜ ਵਿੱਚ ਵੀ ਆਪਣੀ ਰਵਾਇਤੀ ਚੌਧਰ ਅਤੇ
ਸਰਬ ਪ੍ਰਧਾਨਤਾ ਬਰਕਰਾਰ ਰੱਖਣ ਦੀ ਜਨਮਜਾਤ ਤਮੰਨਾ ਅਤੇ ਅਮੋੜ ਰੁਚੀ ਕੰਮ ਕਰਦੀ ਸੀ। ਇਹਨਾਂ ਨੇ ਆਧੁਨਿਕ ਵਿੱਦਿਆ ਕਰਕੇ ਅਤੇ ਨਵੇਂ ਯੁੱਗ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਮੁਹਾਵਰਾ ਜ਼ਰੂਰ ਬਦਲ ਲਿਆ ਸੀ, ਪਰ ਮੂਲ ਵਿਚਾਰਧਾਰਾ ਅਤੇ ਬਿਰਤੀ ਨਹੀਂ ਸੀ ਬਦਲੀ। ਮੁੱਢ ਤੋਂ ਹੀ ਇਹਨਾਂ ਵਰਗਾਂ ਅੰਦਰ ਆਜ਼ਾਦੀ ਦੇ ਅੰਦੋਲਨ ਨੂੰ ਆਪਣੇ ਹਿੱਤ ਅਨੁਸਾਰ ਚਲਾਉਣ ਦੀ ਤੰਗ ਨਜ਼ਰ ਸੋਚ ਅਤੇ ਆਪ ਹੁਦਰੀ ਰੁਚੀ ਕੰਮ ਕਰਦੀ ਸੀ। ਇਹ ਦੂਸਰੇ ਵਰਗਾਂ ਨੂੰ ਅੰਦੋਲਨ ਅੰਦਰ ਸ਼ਾਮਿਲ ਕਰਨ ਦੀ ਇੱਛਾ ਜ਼ਰੂਰ ਰੱਖਦੇ ਸਨ, ਪਰ ਇਹ ਇੱਛਾ ਨਿਰਛਲ ਅਤੇ ਜਮਹੂਰੀ ਸਪਿਰਿਟ ਵਾਲੀ ਨਹੀਂ ਸੀ। ਇਹ ਉਹਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਕਦਾਚਿਤ ਰਾਜੀ ਨਹੀਂ ਸੀ। ਆਪਣੀ ਬ੍ਰਾਹਮਣਵਾਦੀ ਖਸਲਤ ਅਨੁਸਾਰ ਇਹ ਉਹਨਾਂ ਨੂੰ ਆਪਣੇ ਨਾਇਬ ਬਣਾ ਕੇ ਰੱਖਣਾ ਚਾਹੁੰਦੇ ਸਨ। ਇਸ ਗਲਬਾ ਪਾਉ ਰੁਚੀ ਦਾ ਪ੍ਰਗਟਾਵਾ ਉਗੜਵੇਂ ਰੂਪ ਵਿੱਚ ਹੁੰਦਾ ਰਿਹਾ। ਇਸ ਨਾਲ ਘੱਟ ਗਿਣਤੀ ਭਾਈਚਾਰਿਆਂ ਦੇ ਮਨਾਂ ਅੰਦਰ ਹਿੰਦੂ ਆਗੂਆਂ ਦੀ ਸੋਚ ਅਤੇ ਮਨਸ਼ਾ ਬਾਰੇ ਸ਼ੰਕੇ ਅਤੇ ਤੌਖਲੇ ਪੈਦਾ ਹੁੰਦੇ ਰਹੇ। ਉਹਨਾਂ ਅੰਦਰ ਅਸੁਰੱਖਿਆ ਦਾ ਭਾਵ ਜ਼ੋਰ ਫੜਦਾ ਗਿਆ, ਜਿਸ ਦੇ ਨਤੀਜੇ ਵਜੋਂ ਇੱਕ ਪੜਾਅ 'ਤੇ ਜਾ ਕੇ ਮੁਸਲਮਾਨਾਂ ਨੇ ਆਪਣਾ ਵੱਖਰਾ ਅਤੇ ਸੁਤੰਤਰ ਵਹਿਣ ਅਖਤਿਆਰ ਕਰ ਲਿਆ। ਇਸ ਅਸੁਰੱਖਿਆ ਦੇ ਭਾਵ ਅਧੀਨ ਹੀ ਮੁਸਲਮਾਨ ਭਾਈਚਾਰਿਆਂ ਦੇ ਕੁਲੀਨ ਵਰਗਾਂ ਨੇ ਬਸਤੀਵਾਦੀ ਰਾਜ ਨਾਲ ਟਕਰਾਅ ਦੀ ਬਜਾਏ ਮਿਲਵਰਤਨ ਦੀ ਨੀਤੀ ਉੱਤੇ ਚੱਲਣ ਦਾ ਰੁਖ ਅਪਣਾ ਲਿਆ ਸੀ। ਭਾਵੇਂ ਕਿ ਹਿੰਦੂ ਕੁਲੀਨ ਵਰਗ ਆਪ ਵੀ ਪੂਰੇ 100 ਸਾਲ ਤੱਕ ਬਸਤੀਵਾਦੀ ਰਾਜ ਦੇ ਭਾਈਵਾਲ ਬਣੇ ਰਹੇ ਸਨ ਅਤੇ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਵੀ ਉਹ ਆਪਣੇ ਹਿੱਤਾਂ ਦੀ ਪੂਰਤੀ ਲਈ ਲੋੜ ਪੈਣ 'ਤੇ ਬਸਤੀਵਾਦੀ ਰਾਜ ਨਾਲ ਮਿਲਵਰਤਨ ਕਰਨ ਤੋਂ ਗੁਰੇਜ਼ ਨਹੀਂ ਸਨ ਕਰਦੇ, ਪਰ ਉਹਨਾਂ ਦੇ ਰਾਸ਼ਟਰਵਾਦੀ ਬਿਰਤਾਂਤ ਅੰਦਰ ਗੈਰ ਹਿੰਦੂ ਅਤੇ ਹਿੰਦੂ ਸਮਾਜ ਦੇ ਲਤਾੜੇ ਵਰਗਾਂ ਦਾ ਬਸਤੀਵਾਦੀ ਰਾਜ ਨਾਲ ਮਿਲਵਰਤਨ ਘੋਰ ਰਾਜਸੀ ਅਪਰਾਧ ਬਣ ਗਿਆ ਸੀ। ਉਹਨਾਂ ਨੇ ਇਸ ਉੱਤੇ ਗਦਾਰੀ ਦਾ ਠੱਪਾ ਲਾ ਕੇ ਇਹਨਾਂ ਵਰਗਾਂ ਨੂੰ ਰਾਜਸੀ ਤੌਰ 'ਤੇ ਬਦਨਾਮ ਕਰਨ ਦੀ ਮੁਹਿੰਮ ਚਲਾਈ। ਉੱਚ ਜਾਤੀ ਹਿੰਦੂ ਵਰਗਾਂ ਦਾ ਆਜ਼ਾਦੀ ਦਾ ਸੌੜਾ ਅਤੇ ਸਵੈ ਕੇਂਦਰਿਤ ਸੰਕਲਪ ਭਾਰਤੀ ਸਮਾਜ ਦੇ ਦੱਬੇ ਕੁਚਲੇ ਵਰਗਾਂ ਅੰਦਰ ਉਤਸ਼ਾਹ ਪੈਦਾ ਨਹੀਂ ਕਰ ਸਕਦਾ ਸੀ। ਸਦੀਆਂ ਤੋਂ ਅਖੌਤੀ ਉੱਚ ਜਾਤੀਆਂ ਹੱਥੋਂ ਸਮਾਜਿਕ ਵਰਤਾਰੇ ਅਤੇ ਜ਼ੁਲਮਾਂ ਦੇ ਸ਼ਿਕਾਰ ਹੋ ਰਹੇ ਇਹਨਾਂ ਮਜ਼ਲੂਮ ਵਰਗਾਂ ਦੇ ਮਨਾਂ ਅੰਦਰ ਉੱਚ ਜਾਤੀ ਹਿੰਦੂ ਵਰਗਾਂ ਦੀ ਜਾਗ੍ਰਿਤੀ ਅਤੇ ਲਾਮਬੰਦੀ ਤੋਂ ਫਿਕਰ ਅਤੇ ਡਰ ਪੈਦਾ ਹੋਣਾ ਸੁਭਾਵਿਕ ਸੀ। ਇਸ ਕਰਕੇ ਮੁਸਲਮਾਨਾਂ ਵਾਂਗੂ ਦਲਿਤ ਵਰਗਾਂ ਨੇ ਵੀ ਹਿੰਦੂ ਸਵਰਨ ਜਾਤੀਆਂ ਦੀ ਅਗਵਾਈ ਹੇਠਲੇ ਆਜ਼ਾਦੀ ਦੇ ਸੰਗਰਾਮ ਤੋਂ ਮੂੰਹ ਮੋੜੀ ਰੱਖਿਆ। ਡਾਕਟਰ ਭੀਮ ਰਾਓ ਅੰਬੇਦਕਰ ਦਲਿਤ ਵਰਗਾਂ ਦਾ ਪ੍ਰਤਿਭਾਸ਼ਾਲੀ, ਵਿਚਾਰਵਾਨ, ਸਿਧਾਂਤਕ ਤਰਜਮਾਨ, ਪ੍ਰੇਰਨਾਮਈ ਰਹਿਬਰ ਅਤੇ ਪ੍ਰਵੀਨ ਪ੍ਰਤੀਨਿਧ ਬਣ ਕੇ ਉਭਰਿਆ। ਉਸ ਨੇ ਮਾਨਵਵਾਦੀ ਨੁਕਤਾ ਨਜ਼ਰ ਤੋਂ ਬ੍ਰਾਹਮਣਵਾਦੀ ਮਤ ਦਾ ਭਰਵਾਂ ਖੰਡਨ ਕਰਨ ਦੇ ਨਾਲ-ਨਾਲ ਬ੍ਰਾਹਮਣਵਾਦੀ ਫਲਸਫੇ ਤੋਂ ਪ੍ਰੇਰਿਤ ਹਿੰਦੂ ਰਾਜਨੀਤੀ ਦਾ ਮਾਨਵਤਾ ਵਿਰੋਧੀ ਖਾਸਾ ਬੇਪੜਦ ਕੀਤਾ। ਹਿੰਦੂ ਉੱਚ ਜਾਤੀਆਂ ਦੀ ਵੱਧ ਰਹੀ ਰਾਜਸੀ ਅਤੇ ਜਥੇਬੰਦਕ ਤਾਕਤ ਦੇ ਸਨਮੁਖ ਦਲਿਤ ਵਰਗਾਂ ਨੇ ਵੀ ਮੁਸਲਮਾਨਾਂ ਵਾਂਗੂ ਆਪਣੀ ਸੁਰੱਖਿਆ ਅਤੇ ਬਿਹਤਰੀ ਲਈ ਬਸਤੀਵਾਦੀ ਰਾਜ ਦਾ ਓਟ ਆਸਰਾ ਲੈਣ ਦੀ ਵਿਹਾਰਿਕ ਪਹੁੰਚ ਅਪਣਾਈ, ਜਿਸ ਉੱਤੇ ਹਿੰਦੂ ਰਾਸ਼ਟਰਵਾਦੀ ਆਗੂਆਂ ਨੇ ਡਾਕਟਰ ਅੰਬੇਦਕਰ ਦੇ ਵਿਰੁੱਧ ਆਪਣੀ ਜਾਤ ਅਭਿਮਾਨੀ ਤੁਅੱਸਬਾਂ ਦਾ ਕਰੂਪ ਪ੍ਰਗਟਾਵਾ ਕੀਤਾ ਅਤੇ ਉਸ ਨੂੰ ਬਰਤਾਨਵੀ ਸਾਮਰਾਜ ਦਾ ਪਿੱਠੂ ਅਤੇ ਦੇਸ਼ ਧਰੋਹੀ ਕਹਿ ਕੇ ਉਸ ਦਾ ਰਾਖਸ਼ੀ ਚਿਤਰਨ ਕੀਤਾ। ਇੱਥੇ ਇਹ ਸੱਚਾਈ ਗ੍ਰਹਿਣ ਕਰਨੀ ਬੇਹੱਦ ਮਹੱਤਵਪੂਰਨ ਹੈ ਕਿ ਭਾਰਤੀ ਸਮਾਜ ਇੱਕ ਜਿਨਸੀ ਨਹੀਂ ਹੈ। ਇਸ ਦੀ ਬਣਤਰ ਬਹੁਵਾਦੀ ਅਤੇ ਗੁੰਝਲਦਾਰ ਹੈ। ਇਹ ਭਿੰਨ-ਭਿੰਨ ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਵਰਗਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਵਿਚਕਾਰ ਆਪਸੀ ਰਿਸ਼ਤੇ ਸਾਵੇਂ, ਬਰਾਬਰੀ ਵਾਲੇ ਅਤੇ ਨਿਆਂ 'ਤੇ ਆਧਾਰਿਤ ਨਹੀਂ ਹਨ। ਇਹ ਰਿਸ਼ਤੇ ਅਣਸਾਵੇਂ, ਅਨਿਆਂਪੂਰਨ ਅਤੇ ਗੁੰਝਲਦਾਰ ਹਨ। ਅਜਿਹੇ ਬਹੁਵਾਦੀ ਅਤੇ ਅਨਿਆਂਪੂਰਨ ਸਮਾਜ ਅੰਦਰ ਕਿਸੇ ਵੀ ਅਹਿਮ ਸਮਾਜੀ ਰਾਜਸੀ ਮਾਮਲੇ ਬਾਰੇ ਨੀਤੀ ਤੈਅ ਕਰਨ ਵੇਲੇ ਇਸ ਨਿਆਂਪੂਰਨ ਅਸੂਲ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਕਿਸੇ ਇੱਕ ਵਰਗ ਦੀ ਪਸੰਦ ਨੂੰ ਕਿਸੇ ਦੂਸਰੇ ਵਰਗ ਉੱਤੇ ਠੋਸਿਆ ਨਹੀਂ ਜਾਣਾ ਚਾਹੀਦਾ। ਹਰ ਵਰਗ ਨੂੰ ਆਪਣੀ ਵਿਸ਼ੇਸ਼ ਹੈਸੀਅਤ,
ਹਿੱਤਾਂ ਅਤੇ ਲੋੜਾਂ ਦੇ ਅਨੁਸਾਰ ਆਪਣੀ ਨੀਤੀ ਤੈਅ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹਿੰਦੂ ਉੱਚ ਜਾਤੀਆਂ ਨੇ ਲੋੜ ਪੈਣ 'ਤੇ ਆਪਣੇ ਲਈ ਤਾਂ ਇਸ ਆਜ਼ਾਦੀ ਦੀ ਬੇਰੋਕ ਵਰਤੋਂ ਕੀਤੀ। ਉਹਨਾਂ ਨੂੰ ਜਦੋਂ ਬਸਤੀਵਾਦੀ ਰਾਜ ਨਾਲ ਭਿਆਲੀ ਪਾਉਣ ਵਿੱਚ ਫਾਇਦਾ ਦਿਖਿਆ ਤਾਂ ਉਹਨਾਂ ਨੇ ਬਸਤੀਵਾਦੀ ਹਾਕਮਾਂ ਨਾਲ ਭਿਆਲੀ ਪਾਉਣ ਤੋਂ ਸੰਕੋਚ ਨਹੀਂ ਕੀਤਾ ਅਤੇ ਇਸ ਭਿਆਲੀ ਦੇ ਆਸਰੇ ਆਪਣੀ ਆਰਥਿਕ ਅਤੇ ਰਾਜਸੀ ਤਾਕਤ ਵਿੱਚ ਇਜ਼ਾਫਾ ਕੀਤਾ। ਪਰ ਜਦੋਂ ਬਦਲਵੀਆਂ ਹਾਲਤਾਂ ਵਿੱਚ ਉਹਨਾਂ ਅੰਦਰ ਬਸਤੀਵਾਦੀ ਰਾਜ ਨੂੰ ਹਟਾ ਕੇ ਆਪਣਾ ਰਾਜ ਕਾਇਮ ਕਰਨ ਦੀ ਤਲਬ ਪੈਦਾ ਹੋ ਗਈ ਤਾਂ ਉਸ ਵੇਲੇ ਕਿਸੇ ਦੂਸਰੇ ਵਰਗ ਵੱਲੋਂ ਬਸਤੀਵਾਦੀ ਰਾਜ ਨਾਲ ਮਿਲਵਰਤਨ ਕਰਨ ਦਾ ਕਰਮ ਉਹਨਾਂ ਨੂੰ ਘੋਰ ਰਾਜਸੀ ਅਪਰਾਧ ਦਿਸਣ ਲੱਗ ਪਿਆ। ਜਿਹੜੇ ਮਾਂ ਉਹਨਾਂ ਨੂੰ ਆਪ ਲੰਮਾ ਚਿਰ ਮੁਆਫਕ ਰਹੇ ਉਹ ਦੂਜਿਆਂ ਵਾਸਤੇ ਬਾਦੀ ਬਣ ਗਏ। ਜਗਤ ਪ੍ਰਸਿੱਧ ਬ੍ਰਾਜ਼ੀਲੀ ਸਿੱਖਿਆ ਸ਼ਾਸਤਰੀ ਪਾਓਲੋ ਫਰੇਰੇ ਨੇ ਇਸ ਪਹੁੰਚ ਨੂੰ ਹਾਕਮ ਅਤੇ ਮਹਿਕੂਮ ਵਿਚਕਾਰ ਅਸਾਵੇਂ ਰਿਸ਼ਤੇ ਦਾ ਬੁਨਿਆਦੀ ਅੰਸ਼ ਦੱਸਿਆ ਹੈ। ਉਸ ਨੇ ਇਸ ਨੂੰ ਨਿਰਦੇਸ਼ ਦੇਣ ਦੀ ਕਿਰਿਆ ਕਿਹਾ ਹੈ। ਤਾਕਤਵਰ ਜਾਂ ਹਾਕਮ ਵਰਗ ਵੱਲੋਂ ਮਹਿਕੂਮ ਵਰਗਾਂ ਨੂੰ ਨਿਰਦੇਸ਼ ਦੇਣ ਦੀ ਕਿਰਿਆ ਦੇ ਵਾਰ-ਵਾਰ ਦੁਹਰਾਉਣ ਨਾਲ ਮਹਿਕੂਮ ਵਰਗਾਂ ਦੀ ਚੇਤਨਾ ਦਾ ਇਸ ਤਰ੍ਹਾਂ ਕਾਇਆ-ਕਲਪ ਹੋ ਜਾਂਦਾ ਹੈ ਕਿ ਉਹ ਹਾਕਮ ਵਰਗ ਦੀ ਚੇਤਨਾ ਦੇ ਧਾਰਨੀ ਬਣ ਜਾਂਦੇ ਹਨ। ਉਹ ਸਵੈ-ਇੱਛਾ ਨਾਲ ਹੀ ਹਾਕਮ ਵਰਗ ਦੀਆਂ ਕਾਰਜ-ਸੇਧਾਂ ਦੀ ਤਾਮੀਲ ਕਰਨ ਲੱਗ ਪੈਂਦੇ ਹਨ। ਸਿੱਖ ਕੌਮ ਦੀ ਤਤਕਾਲੀ ਰਾਜਸੀ ਦਸ਼ਾ। ਖਾਲਸਾ ਰਾਜ ਦੇ ਖੁੱਸ ਜਾਣ ਨਾਲ ਸਿੱਖ ਕੌਮ ਅੰਦਰ ਦਿਲਗੀਰੀ ਆ ਗਈ ਸੀ। ਸਿੱਖ ਰਾਜ ਮੁੜ ਸਥਾਪਿਤ ਕਰਨ ਦੀਆਂ ਟੁੱਟਵੀਆਂ ਖਿੰਡਵੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣ ਉਪਰੰਤ ਸਿੱਖਾਂ ਦੇ ਹੌਸਲੇ ਪਸਤ ਹੋ ਗਏ ਸਨ। ਇਸ ਦਿਲਗੀਰੀ ਦੀ ਮਨੋ ਅਵਸਥਾ ਵਿੱਚ ਸਿੱਖ ਸਮਾਜ ਦੇ ਰਹੀਸ ਵਰਗ ਅੰਦਰ ਅੰਗਰੇਜ਼ ਹਾਕਮਾਂ ਨਾਲ ਸੁਲਹ ਸਫਾਈ ਦਾ ਵਤੀਰਾ ਧਾਰਨ ਕਰਨ ਦੀ ਸੋਚ ਅਤੇ ਪ੍ਰਵਿਰਤੀ ਜ਼ੋਰ ਫੜ ਗਈ ਸੀ। ਹੋਰਨਾਂ ਧਾਰਮਿਕ ਭਾਈਚਾਰਿਆਂ ਦੇ ਰਹੀਸ ਵਰਗਾਂ ਵਾਂਗੂ ਸਿੱਖ ਰਹੀਸਾਂ ਨੇ ਵੀ ਕੌਮ ਨੂੰ ਅਧੋਗਤੀ ਤੋਂ ਬਚਾਉਣ ਦੇ ਉਪਦੇਸ਼ ਅਤੇ ਦਲੀਲ ਨਾਲ ਬਸਤੀਵਾਦੀ ਰਾਜ ਨਾਲ ਟਕਰਾਅ ਦੀ ਬਜਾਏ ਮਿਲਵਰਤਨ ਦੀ ਸੁਚੇਤ ਨੀਤੀ ਧਾਰਨ ਕਰ ਲਈ ਸੀ। ਅੰਗਰੇਜ਼ ਹਾਕਮਾਂ ਨੂੰ ਵੀ ਆਪਣੇ ਬਸਤੀਵਾਦੀ ਰਾਜ ਦੀ ਸੁਰੱਖਿਆ ਲਈ ਸਿੱਖਾਂ ਦੇ ਮਿਲਵਰਤਨ ਦੀ ਭਾਰੀ ਲੋੜ ਸੀ। ਇਸ ਕਰਕੇ ਉਹਨਾਂ ਨੇ ਸਿੱਖ ਕੌਮ ਦੇ ਕੁਲੀਨ ਵਰਗਾਂ ਨੂੰ ਆਪਣੀ ਮਿਹਰਬਾਨੀ ਦੇ ਪਾਤਰ ਬਣਾਉਣ ਅਤੇ ਸਿੱਖ ਸਮਾਜ ਦੇ ਕੁਝ ਚੋਣਵੇਂ ਵਰਗਾਂ ਖਾਸ ਕਰਕੇ ਜੱਟ ਕਿਸਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਇਸ ਨਾਲ ਯਕੀਨਨ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਾਂਗੂ ਹੀ ਸਿੱਖਾਂ ਅੰਦਰ ਵੀ ਬਸਤੀਵਾਦੀ ਰਾਜ ਦਾ ਇੱਕ ਖੈਰ ਖੁਆਹ ਜਾਂ ਝੋਲੀ ਚੁੱਕ ਵਰਗ ਪੈਦਾ ਹੋ ਗਿਆ ਸੀ। ਪਰ ਦੂਜੇ ਪਾਸੇ ਨਾਲ ਹੀ ਅੰਗਰੇਜ਼ ਹਾਕਮਾਂ ਦੀ ਮਦਦ ਅਤੇ ਸਰਪ੍ਰਸਤੀ ਦੇ ਫਲਸਰੂਪ ਸਿੱਖਾਂ ਦੀ ਆਰਥਿਕ ਅਤੇ ਵਿਦਿਅਕ ਤਰੱਕੀ ਦਾ ਰਾਹ ਖੁੱਲ੍ਹ ਗਿਆ ਸੀ। ਇਸ ਨਾਲ ਸਿੱਖਾਂ ਨੂੰ ਤਤਕਾਲੀ ਲਾਭਾਂ ਤੋਂ ਇਲਾਵਾ ਕੁਝ ਦੂਰ ਰਸ ਫਾਇਦੇ ਵੀ ਹੋਏ। ਉਹਨਾਂ ਦੀ ਆਰਥਿਕ ਹਾਲਤ ਬਿਹਤਰ ਹੋਈ ਅਤੇ ਇੱਜ਼ਤ ਮਾਣ ਵਿੱਚ ਵਾਧਾ ਹੋਇਆ। ਅੰਗਰੇਜ਼ਾਂ ਦੀਆਂ ਸਿੱਖਾਂ ਨਾਲ ਹੋਈਆਂ ਜੰਗਾਂ ਵਿੱਚ ਸਿੱਖ ਜਿਸ ਅਦੁੱਤੀ ਬਹਾਦਰੀ ਨਾਲ ਲੜੇ, ਜਿੱਤ ਜਾਣ ਦੇ ਬਾਵਜੂਦ ਅੰਗਰੇਜ਼ ਹਾਕਮ ਸਿੱਖਾਂ ਦੀ ਇਸ ਬਹਾਦਰੀ ਤੋਂ ਬਹੁਤ ਕਾਇਲ ਹੋਏ ਸਨ। ਉਹਨਾਂ ਨੇ ਇਸ ਬਹਾਦਰੀ ਦੇ ਆਤਮਿਕ ਸੋਮੇ ਦੀ ਪਛਾਣ ਕਰ ਲਈ ਸੀ। ਉਹ ਜਾਣ ਗਏ ਸਨ ਕਿ ਸਿੱਖਾਂ ਦੀ ਆਪਣੇ ਗੁਰੂ ਸਾਹਿਬਾਨ ਨਾਲ ਪ੍ਰੀਤ ਕਿੰਨੀ ਗੂੜ੍ਹੀ ਅਤੇ ਅਟੁੱਟ ਹੈ ਅਤੇ ਸਿੱਖਾਂ ਦਾ ਆਪਣੇ ਗੁਰੂ ਵਿੱਚ ਭਰੋਸਾ ਇੰਨਾ ਅਡੋਲ ਹੈ ਕਿ ਉਹ ਦੁੱਖ ਸੁੱਖ ਦੀ ਹਰ ਘੜੀ ਵਿੱਚ ਗੁਰੂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ। ਇਸ ਨਾਲ ਉਹਨਾਂ ਅੰਦਰ ਮੁਸੀਬਤਾਂ ਦਾ ਖਿੜੇ ਮੱਥੇ ਟਾਕਰਾ ਕਰਨ ਦੀ ਆਤਮਿਕ ਸ਼ਕਤੀ ਪੈਦਾ ਹੋ ਜਾਂਦੀ ਹੈ। ਸਿੱਖ ਜਦੋਂ ਇਸ ਸਪਿਰਿਟ ਨਾਲ ਜੰਗ ਦੇ ਮੈਦਾਨ ਵਿੱਚ ਨਿੱਤਰਦੇ ਹਨ ਤਾਂ ਉਹਨਾਂ ਅੰਦਰ ਜੂਝ ਮਾਰਨ ਦਾ ਅਗੰਮੀ ਚਾਅ ਅਤੇ ਜੋਸ਼ ਉਮੜ ਪੈਂਦਾ ਹੈ। ਇਸ ਸਮਝ ਦੇ ਅਧੀਨ ਅੰਗਰੇਜ਼ਾਂ ਨੇ ਫੌਜ ਅੰਦਰ ਜਿੱਥੇ ਸਿੱਖਾਂ ਦੇ ਮਨਾਂ ਅੰਦਰ ਰਾਜ ਪ੍ਰਤੀ ਵਫਾਦਾਰੀ ਦਾ ਜਜ਼ਬਾ ਭਰਨ ਦੇ ਪੁਰਜ਼ੋਰ ਯਤਨ ਕੀਤੇ, ਉੱਥੇ ਨਾਲ ਹੀ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਜਜ਼ਬਾਤਾਂ ਨੂੰ ਦ੍ਰਿੜ ਕਰਨ ਵੱਲ ਉਚੇਚਾ ਧਿਆਨ ਦਿੱਤਾ। ਇਸ ਮੰਤਵ ਵਾਸਤੇ ਉਹਨਾਂ ਨੇ ਫੌਜ ਅੰਦਰ ਸਿੱਖਾਂ ਵਾਸਤੇ ਗੁਰਮਤਿ ਮਰਿਆਦਾ ਦੇ ਧਾਰਨੀ ਹੋਣਾ ਜ਼ਰੂਰੀ ਕਰ ਦਿੱਤਾ। ਅੰਗਰੇਜ਼ਾਂ ਵੱਲੋਂ ਆਪਣੀ ਸੁਆਰਥ ਪੂਰਤੀ ਦੇ ਮੰਤਵ ਨਾਲ ਚੁੱਕਿਆ ਗਿਆ ਇਹ ਕਦਮ ਅੰਤਿਮ ਨਿਰਣੇ ਦੇ ਤੌਰ 'ਤੇ ਸਿੱਖ
ਧਰਮ ਦੇ ਵਿਕਾਸ ਵਿੱਚ ਬੇਹੱਦ ਸਹਾਈ ਸਾਬਿਤ ਹੋਇਆ। ਜਿਵੇਂ ਕਿ ਪਿੱਛੇ ਇਸ ਨੁਕਤੇ ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ਦੇ ਹਰੇਕ ਵਰਗ ਅੰਦਰ ਆਈ ਰਾਜਸੀ ਜਾਗ੍ਰਿਤੀ ਦਾ ਖਾਸਾ ਅਲੱਗ-ਅਲੱਗ ਸੀ। ਸਿੱਖਾਂ ਅੰਦਰ ਆਈ ਜਾਗ੍ਰਿਤੀ ਦੀ ਤਾਸੀਰ ਅਤੇ ਨੁਹਾਰ ਹੋਰਨਾਂ ਵਰਗਾਂ ਵਿਸ਼ੇਸ਼ ਕਰਕੇ ਹਿੰਦੂਆਂ ਨਾਲੋਂ ਬਹੁਤ ਹੀ ਭਿੰਨ ਸੀ। ਭਾਵੇਂ ਕਿ ਹਿੰਦੂਆਂ ਵਾਂਗੂ ਸਿੱਖਾਂ ਦੀ ਰਾਜਸੀ ਜਾਗ੍ਰਿਤੀ ਦਾ ਸੋਮਾ ਵੀ ਧਾਰਮਿਕ ਹੀ ਬਣਿਆ, ਪਰ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਹੋਣ ਕਰਕੇ ਸਿੱਖਾਂ ਦੀ ਰਾਜਸੀ ਜਾਗ੍ਰਿਤੀ ਦਾ ਖਾਸਾ ਹਿੰਦੂਆਂ ਨਾਲੋਂ ਬਹੁਤ ਵੱਖਰਾ ਸੀ। ਹਿੰਦੂ ਧਰਮ ਅੰਦਰ ਧਰਮ ਦੇ ਬੁਨਿਆਦੀ ਅੰਸ਼ ਪਰਉਪਕਾਰ ਦੀ ਭਾਵਨਾ ਦੀ ਬੁਨਿਆਦ ਬਹੁਤ ਕੱਚੀ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਹਿੰਦੂ ਸਮਾਜ ਅੰਦਰ ਜਾਤ-ਪਾਤ ਦਾ ਕੋੜ ਪੈਦਾ ਅਤੇ ਪ੍ਰਫੁੱਲਤ ਨਹੀਂ ਸੀ ਹੋ ਸਕਦਾ। ਇਹ ਹਜ਼ਾਰਾਂ ਸਾਲਾਂ ਤੱਕ ਕਾਇਮ ਨਹੀਂ ਰਹਿ ਸਕਦਾ ਸੀ। ਇਸ ਕਾਰਨ ਕਰਕੇ ਹਿੰਦੂ ਰਾਜਨੀਤੀ ਅੰਦਰ ਸੁਆਰਥ ਦਾ ਅੰਸ਼ ਭਾਰੂ ਹੈਸੀਅਤ ਰੱਖਦਾ ਹੈ। ਸੱਤਾ ਲਈ ਸੰਘਰਸ਼ ਬ੍ਰਾਹਮਣਵਾਦ ਦਾ ਕੇਂਦਰੀ ਤੱਤ ਹੈ। ਇਸ ਦੀ ਤੁਲਨਾ ਵਿੱਚ ਪਰਉਪਕਾਰ ਦੀ ਭਾਵਨਾ ਸਿੱਖ ਧਰਮ ਦਾ ਅਤੀ ਜ਼ਰੂਰੀ ਅੰਸ਼ ਹੈ। ਸਿੱਖ ਧਰਮ ਨੂੰ ਇਸ ਤੋਂ ਬਿਨਾਂ ਚਿਤਵਿਆ ਨਹੀਂ ਜਾ ਸਕਦਾ। ਸਿੱਖ ਧਰਮ ਦੇ ਇਸ ਗੁਣ ਤੱਤ ਕਰਕੇ ਹੀ ਬਸਤੀਵਾਦ ਵਿਰੋਧੀ ਸੰਘਰਸ਼ ਦੌਰਾਨ ਸਿੱਖਾਂ ਨੇ ਭਾਰਤੀ ਵਸੋਂ ਅੰਦਰ ਆਪਣੀ ਸੰਖਿਆ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਕੁਰਬਾਨੀਆਂ ਕੀਤੀਆਂ ਹਨ। ਗਦਰ ਲਹਿਰ ਅੰਦਰ ਸਿੱਖੀ ਦਾ ਇਹ ਗੁਣ ਤੱਤ ਸੰਘਣੇ ਅਤੇ ਲਿਸ਼ਕਵੇਂ ਰੂਪ ਵਿੱਚ ਪ੍ਰਗਟ ਹੋਇਆ ਸੀ। 19ਵੀਂ ਸਦੀ ਦੇ ਅਖੀਰੀ ਦਹਾਕੇ ਅੰਦਰ ਜਦੋਂ ਹਿੰਦੂ ਸਵਰਨ ਵਰਗ ਸਨਾਤਨੀ ਧਰਮ ਦੀ ਪੁਰਾਤਨ ਚੜ੍ਹਤਲ ਬਹਾਲ ਕਰਨ ਦੇ ਮੰਤਵ ਨਾਲ ਵੈਦਿਕ ਸ਼ਾਵਣਵਾਦ ਦਾ ਜਜ਼ਬਾ ਭੜਕਾ ਰਹੇ ਅਤੇ ਇਸ ਆਧਾਰ ਉੱਤੇ ਹਿੰਦੂ ਪ੍ਰਧਾਨੀ ਰਾਸ਼ਟਰਵਾਦ ਦੀ ਤੰਗ ਨਜ਼ਰ ਵਿਚਾਰਧਾਰਾ ਜਥੇਬੰਦੀ ਅਤੇ ਲਹਿਰ ਖੜੀ ਕਰਨ ਦੇ ਪੁਰਜ਼ੋਰ ਯਤਨ ਕਰ ਰਹੇ ਸਨ, ਤਾਂ ਪੜ੍ਹੇ ਲਿਖੇ ਅਤੇ ਰੌਸ਼ਨ ਦਿਮਾਗ ਸਿੱਖ ਹਲਕਿਆਂ ਅੰਦਰ ਇਸ ਹਿੰਦੂ ਸਾਵਣਵਾਦੀ ਹਮਲੇ ਤੋਂ ਖਤਰੇ ਦੇ ਨਾਲ ਹੀ ਪੱਛਮ ਦੀ ਪਦਾਰਥਵਾਦੀ ਸਭਿਅਤਾ ਦੇ ਮਾਰੂ ਅਸਰਾਂ ਤੋਂ ਸਿੱਖ ਧਰਮ ਦੀ ਮੌਲਿਕਤਾ ਅਤੇ ਸ਼ੁੱਧਤਾ ਨੂੰ ਬਚਾਉਣ ਦਾ ਤਿੱਖਾ ਸਰੋਕਾਰ ਪੈਦਾ ਹੋਇਆ। ਇਸ ਤੋਂ ਹੀ ਸਿੰਘ ਸਭਾ ਲਹਿਰ ਦਾ ਸਰੂਪ ਉਭਰਿਆ, ਜਿਸ ਨੇ ਸਿੱਖਾਂ ਅੰਦਰ ਧਰਮ ਪ੍ਰਚਾਰ ਅਤੇ ਵਿੱਦਿਆ ਦਾ ਪਸਾਰਾ ਕਰਨ ਦਾ ਕਾਰਜ ਆਰੰਭਿਆ। ਇਤਿਹਾਸਿਕ ਲਿਖਤਾਂ ਵਿੱਚੋਂ ਦਿੱਤੇ ਹੇਠਲੇ ਕੁਝ ਕੁ ਹਵਾਲੇ ਸਿੱਖ ਸਮਾਜ ਅੰਦਰ ਆਏ ਧਾਰਮਿਕ ਅਤੇ ਰਾਜਸੀ ਬਦਲਾਅ ਦੀ ਹਕੀਕਤ ਬਿਆਨ ਕਰਦੇ ਹਨ। ਸਿੰਘ ਸਭਾ ਲਹਿਰ ਕਾਰਨ ਸਿੱਖ ਉੱਨਤੀ ਵੱਲ ਵਧ ਰਹੇ ਸਨ। ਇਸ ਸਮੇਂ ਸਿੱਖਾਂ ਦੀ ਸਰਗਰਮੀ ਧਰਮ ਪ੍ਰਚਾਰ ਅਤੇ ਵਿੱਦਿਆ ਵੱਲ ਵਧੇਰੇ ਸੀ। ਸਰਕਾਰ ਨਾਲ ਚੰਗਾ ਮਿਲਵਰਤਨ ਸੀ। ਫੌਜਾਂ ਵਿੱਚ ਵੀ ਸਿੱਖਾਂ ਦੀ ਚੰਗੀ ਪੋਜੀਸ਼ਨ ਸੀ। 15 ਨੰਬਰ ਸਿੱਖ ਪਲਟਨ ਦਾ ਕੀਰਤਨੀ ਜਥਾ ਹੁੰਦਾ ਸੀ, ਜੋ ਸੱਦੇ ਅਨੁਸਾਰ ਸਿੰਘ ਸਭਾਵਾਂ ਦੇ ਸਾਲਾਨਾ ਦੀਵਾਨਾਂ ਪਰ ਪਹੁੰਚਦਾ ਅਤੇ ਕੀਰਤਨ ਕਰਦਾ ਸੀ। ਇਹ ਜਥਾ ਪਲਟਨ ਦੇ ਬਕਾਇਦਾ ਫੌਜੀ ਸਿਪਾਹੀਆਂ ਦਾ ਸੀ ਅਤੇ ਫੌਜੀ ਅਫਸਰਾਂ ਦੀ ਉਸ ਵੇਲੇ ਦੀ ਨੀਤੀ ਅਨੁਸਾਰ ਹੀ ਧਰਮ ਪ੍ਰਚਾਰ ਵਿੱਚ ਹਿੱਸਾ ਲੈਂਦਾ ਸੀ। ਫੌਜਾਂ ਵਿੱਚ ਹਰ ਇੱਕ ਸਿੱਖ ਨੂੰ ਅੰਮ੍ਰਿਤ ਛਕਣਾ ਰਹਿਤ ਰੱਖਣੀ ਜ਼ਰੂਰੀ ਸੀ ਅਤੇ ਫੌਜੀ ਸਿੱਖ ਰੰਗਰੂਟਾਂ ਨੂੰ ਗੁਰਮੁਖੀ ਪੜ੍ਹਾਈ ਜਾਂਦਾ ਸੀ। ਸਿੰਘ ਸਭਾ ਲਹਿਰ ਦੇ ਅਸਰ ਨਾਲ ਸਿੱਖਾਂ ਵਿੱਚ ਕਾਫੀ ਜਾਗਰੂਕਤਾ ਆ ਚੁੱਕੀ ਸੀ। ਵਿੱਦਿਆ ਦਾ ਪ੍ਰਸਾਰ ਤੇਜ਼ ਹੋ ਗਿਆ ਸੀ। ਗੁਰਦੁਆਰਿਆਂ ਵਿੱਚ ਸਤਸੰਗ ਹੋਣ ਲੱਗ ਪਏ ਸਨ ਅਤੇ ਸਿੰਘਾਂ ਵਿੱਚ ਗੁਰਮਤਿ ਪ੍ਰਚਾਰ ਲਈ ਨਵਾਂ ਉਤਸ਼ਾਹ ਪੈਦਾ ਹੋ ਗਿਆ ਸੀ। ਇਸ ਤੋਂ ਉਪਰੰਤ ਸਿੱਖ ਕੌਮ ਵਿੱਚ ਇੱਕ ਸੰਤ ਸ਼੍ਰੇਣੀ ਪੈਦਾ ਹੋਈ, ਜਿਸ ਦੇ ਮੋਢੀ ਸ਼੍ਰੀਮਾਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਸੰਤ ਅਤਰ ਸਿੰਘ ਜੀ ਮਸਤੂਆਣਾ, ਸੰਤ ਮੱਘਰ ਸਿੰਘ ਜੀ ਰਾਮਗੜ੍ਹ ਲੁਧਿਆਣਾ, ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ, ਸੰਤ ਹੀਰਾ ਦਾਸ ਜੀ ਚਿੱਟੀ, ਸੰਤ ਗੁਲਾਬ ਸਿੰਘ ਜੀ ਘੋਲੀਆ ਫਿਰੋਜ਼ਪੁਰ, ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਰਾਮਪੁਰਾ ਪਟਿਆਲਾ, ਸੰਤ ਬਿਸ਼ਨ ਸਿੰਘ ਜੀ ਕਾਂਜਲਾ ਆਦਿਕ ਮਹਾਤਮਾ ਹੋਏ ਸਨ। ਇਹਨਾਂ ਮਹਾਂਪੁਰਖਾਂ ਨੇ ਸਿੱਖੀ ਪ੍ਰਚਾਰ ਦੀ ਇੱਕ ਜ਼ਬਰਦਸਤ ਲਹਿਰ ਪੈਦਾ ਕਰ ਦਿੱਤੀ, ਜਿਸ ਤੋਂ ਪ੍ਰਭਾਵਿਤ ਹੋ ਕੇ ਸਿੱਖ ਕੌਮ ਨੇ ਗਫਲਤ ਦੀ ਨੀਂਦਰ ਤੋਂ ਪਾਸਾ ਪਰਤਿਆ। ਸਿੱਖਾਂ ਨੂੰ ਧਰਮ ਅਤੇ ਧਰਮ ਮੰਦਰਾਂ ਦਾ ਸੁਧਾਰ ਕਰਨ ਦੀ ਸੋਝੀ ਆਈ। ਜਿਤਨੇ ਸੰਤ ਹੋਏ ਹਨ ਉਹ ਸਭ ਫੌਜਾਂ ਵਿੱਚੋਂ ਆਏ ਸਨ। ਇਸ ਕਰਕੇ ਸਿੱਖ ਰਾਜ ਖੁਸਣ ਕਰਕੇ
ਕੌਮ ਵਿੱਚ ਜੋ ਮੁਰ ਦੇਹਾਨ ਛਾ ਗਈ ਸੀ ਉਹ ਖਤਮ ਹੋ ਗਈ ਅਤੇ ਸਿੱਖਾਂ ਨੇ ਨਵੇਂ ਸਿਰੇ ਜਥੇਬੰਦ ਹੋਣਾ ਸ਼ੁਰੂ ਕਰ ਦਿੱਤਾ। ਨਵੀਆਂ ਚੱਲੀਆਂ ਲਹਿਰਾਂ, ਫੌਜਾਂ ਵਿੱਚੋਂ ਆਏ ਸਿੱਖਾਂ ਦੇ ਸਿੱਖੀ ਪਿਆਰ ਅਤੇ ਸੰਤ ਸ਼੍ਰੇਣੀ ਦੇ ਪ੍ਰਚਾਰ ਨੇ ਐਸਾ ਜਜ਼ਬਾ ਪੈਦਾ ਕਰ ਦਿੱਤਾ ਜਿਸ ਵਿੱਚੋਂ ਅਕਾਲੀ ਲਹਿਰ ਵਰਗੀ ਜ਼ਬਰਦਸਤ ਲਹਿਰ ਪੈਦਾ ਹੋਈ ਸੀ। ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੈਨਜ਼ਿਲ ਇਬਡਸਨ ਨੇ 30 ਅਪ੍ਰੈਲ 1907 ਨੂੰ ਵਾਇਸਰਾਏ ਅਤੇ ਗਵਰਨਰ ਜਨਰਲ ਆਫ ਇੰਡੀਆ ਨੂੰ ਭੇਜੇ ਲਿਖਤੀ ਨੋਟ ਵਿੱਚ ਪੰਜਾਬ ਦੀ ਤਤਕਾਲੀ ਰਾਜਸੀ ਹਾਲਤ ਬਾਰੇ ਆਪਣਾ ਜਾਇਜ਼ਾ ਇਸ ਤਰ੍ਹਾਂ ਪੇਸ਼ ਕੀਤਾ ਸੀ। ਮੇਰੇ ਖਿਆਲ ਵਿੱਚ ਪੰਜਾਬ ਦੀ ਅਜੋਕੀ ਹਾਲਤ ਪੁੱਜ ਕੇ ਗੰਭੀਰ ਅਤੇ ਨਿਹਾਇਤ ਖਤਰਨਾਕ ਹੈ ਅਤੇ ਇਸ ਦਾ ਤੁਰੰਤ ਉਪਾਅ ਕੀਤਾ ਜਾਣਾ ਚਾਹੀਦਾ ਹੈ। ਆਪਣੀ ਰਿਪੋਰਟ ਦੇ ਪੈਰਾ ਨੰਬਰ 22 ਵਿੱਚ ਉਸਨੇ ਪੰਜਾਬੀਆਂ ਅਤੇ ਬੰਗਾਲੀਆਂ ਦੀ ਆਪਸ ਵਿੱਚ ਤੁਲਨਾ ਕਰਦਿਆਂ ਲਿਖਿਆ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੰਗਾਲੀ ਬੰਦੇ ਦੀ ਤੁਲਨਾ ਵਿੱਚ ਪੰਜਾਬੀ ਬੰਦਾ ਘੱਟ ਆਪੋ ਬਾਹਰਾ ਹੁੰਦਾ ਹੈ, ਪਰ ਉਹ ਪੂਰਬ ਦੇ ਵਿਕਾਰਾਂ ਤੋਂ ਮੁਕਤ ਨਹੀਂ ਹੈ। ਉਸ ਨੂੰ ਉਕਸਾਉਣਾ ਸ਼ਾਇਦ ਔਖਾ ਹੈ, ਪਰ ਉਹ ਜਜ਼ਬਾਤੀ ਹੈ ਅਤੇ ਜਦੋਂ ਇੱਕ ਵਾਰ ਉਤੇਜਿਤ ਹੋ ਜਾਵੇ ਤਾਂ ਭੰਬੂਕਾ ਬਣ ਜਾਂਦਾ ਹੈ। ਸਿੱਖਾਂ ਦੇ ਮਾਮਲੇ ਵਿੱਚ ਖਤਰਾ ਖਾਸ ਕਰਕੇ ਜ਼ਿਆਦਾ ਹੈ। ਅਜੇ 60 ਸਾਲ ਹੀ ਹੋਏ ਹਨ ਜਦੋਂ ਉਹ ਪੰਜਾਬ ਉੱਤੇ ਰਾਜ ਕਰਦੇ ਸਨ। ਉਹ ਸਾਡੀ ਦੇਸੀ ਫੌਜ ਦੀ ਭਰਤੀ ਦਾ ਵੱਡਾ ਅਤੇ ਮਹੱਤਵਪੂਰਨ ਸੋਮਾ ਹਨ ਅਤੇ ਉਹਨਾਂ ਅੰਦਰ ਹੁਣੇ ਜਿਹੇ ਧਾਰਮਿਕ ਲਹਿਰ ਨੇ ਤਕੜਾ ਵਿਕਾਸ ਕੀਤਾ ਹੈ ਜਿਸ ਨਾਲ ਉਹਨਾਂ ਅੰਦਰ ਭਾਈਚਾਰਕ ਇਕਮੁੱਠਤਾ ਅਤੇ ਗੌਰਵ ਦੀ ਰੁਚੀ ਪ੍ਰਫੁੱਲਤ ਹੁੰਦੀ ਹੈ। ਇਹ ਗੱਲ ਉਹਨਾਂ ਨੂੰ ਚੰਗੇ ਜਾਂ ਮਾੜੇ ਲਈ ਹੋਰ ਜ਼ਿਆਦਾ ਤਾਕਤਵਰ ਕਰਦੀ ਹੈ ਅਤੇ ਜੇਕਰ ਪੰਜਾਬ ਦੇ ਜੱਟ ਕਿਸਾਨ ਦੀ ਬਰਤਾਨਵੀ ਰਾਜ ਪ੍ਰਤੀ ਵਫਾਦਾਰੀ ਤਿੜਕ ਗਈ ਤਾਂ ਇਸ ਨਾਲ ਬੰਗਾਲ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਨਾਲੋਂ ਕਿਤੇ ਵੱਧ ਸੰਗੀਨ ਹਾਲਤ ਪੈਦਾ ਹੋ ਜਾਵੇਗੀ। ਅੰਗਰੇਜ਼ ਉੱਚ ਸ਼੍ਰੇਣੀ ਦੀ ਉਪਰੋਕਤ ਟਿੱਪਣੀ ਤੋਂ ਸਾਫ਼ ਪਤਾ ਚੱਲਦਾ ਹੈ ਕਿ 20ਵੀਂ ਸਦੀ ਦੇ ਪਹਿਲੇ ਦਹਾਕੇ ਅੰਦਰ ਬਸਤੀਵਾਦੀ ਹਾਕਮ ਪੰਜਾਬ ਅੰਦਰ ਪੈਦਾ ਹੋ ਰਹੀ ਹਾਲਤ ਨੂੰ ਬੰਗਾਲ ਨਾਲੋਂ ਵੀ ਵੱਧ ਗੰਭੀਰ ਅਤੇ ਖਤਰਨਾਕ ਸਮਝਦੇ ਸਨ। ਰਾਸ਼ਟਰਵਾਦੀ ਬਿਰਤਾਂਤ ਅੰਦਰ ਪੰਜਾਬ ਦੇ ਤਤਕਾਲੀ ਰਾਜਸੀ ਵਾਤਾਵਰਣ ਦਾ ਜ਼ਿਕਰ ਮੁੱਖ ਤੌਰ ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਹਵਾਲੇ ਨਾਲ ਹੀ ਕੀਤਾ ਗਿਆ ਹੈ। ਇਸ ਲਹਿਰ ਦੇ ਦੋ ਆਗੂਆਂ ਲਾਲਾ ਲਾਜਪਤ ਰਾਏ ਅਤੇ ਸਰਦਾਰ ਅਜੀਤ ਸਿੰਘ ਨੂੰ ਕੌਮੀ ਹੀਰੋਆਂ ਵਜੋਂ ਉਭਾਰਿਆ ਗਿਆ ਹੈ। ਸੱਚਾਈ ਇਹ ਹੈ ਕਿ ਪਗੜੀ ਸੰਭਾਲ ਜੱਟਾ ਲਹਿਰ ਮੁੱਖ ਰੂਪ ਵਿੱਚ ਇੱਕ ਕਿਰਸਾਨੀ ਦੀ ਆਰਥਿਕ ਲਹਿਰ ਸੀ ਜਿਸ ਨੇ ਪੰਜਾਬ ਦੀ ਤਤਕਾਲੀ ਰਾਜਸੀ ਹਾਲਤ ਉੱਤੇ ਸੀਮਿਤ ਅਸਰ ਹੀ ਪਾਇਆ ਸੀ। ਉਪਰੋਕਤ ਨੋਟ ਤੋਂ ਸਾਫ਼ ਪ੍ਰਗਟ ਹੋ ਜਾਂਦਾ ਹੈ ਕਿ ਬਰਤਾਨਵੀ ਹਾਕਮ ਸਿੱਖ ਕੌਮ ਅੰਦਰ ਫੈਲ ਰਹੀ ਧਾਰਮਿਕ ਅਤੇ ਰਾਜਸੀ ਚੇਤਨਾ ਨੂੰ ਕਿਰਸਾਨੀ ਦੀ ਆਰਥਿਕ ਬੇਚੈਨੀ ਨਾਲੋਂ ਕਿਤੇ ਵੱਧ ਗੰਭੀਰ ਅਤੇ ਖਤਰਨਾਕ ਸਮਝਦੇ ਸਨ। ਮਹਿਜ 7 ਸਾਲਾਂ ਬਾਅਦ ਗਦਰ ਲਹਿਰ ਦੇ ਉਭਾਰ ਨੇ ਬਰਤਾਨਵੀ ਅਧਿਕਾਰੀਆਂ ਦੇ ਉਪਰੋਕਤ ਜਾਇਜ਼ੇ ਨੂੰ ਸੱਚ ਸਾਬਿਤ ਕਰ ਦਿੱਤਾ ਸੀ। ਕਈ ਗਦਰੀ ਸੰਗਰਾਮੀਆਂ ਨੇ ਦੱਸਿਆ ਸੀ ਕਿ ਉਹ ਸੂਰਮ ਗਤੀ ਨਾਲ ਜਿਉਣ ਅਤੇ ਮਰਨ ਲਈ ਭਾਈ ਵੀਰ ਸਿੰਘ ਦੇ ਨਾਵਲਾਂ ਅਤੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਤੋਂ ਪ੍ਰਭਾਵਿਤ ਹੋਏ ਸਨ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 56 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।